ਹਜੇ ਵੀ ਜੈਂਡਰ ਸਿਲੈਕਸ਼ਨ ਲਈ ਲੋਕ ਤੁਹਾਡੇ ਕੋਲ ਆਉਂਦੇ ਨੇ ਜਾਂ ਫਿਰ ਇਹ ਕਹਿੰਦੇ ਨੇ ਵੀ ਮੈਨੂੰ ਕੁੜੀ ਨਹੀਂ ਮੁੰਡਾ ਚਾਹੀਦਾ? ਇਹ ਡਿਮਾਂਡ ਥੋੜੀ ਘਟੀ ਹੈ ਜੀ। ਪਰ ਖਤਮ ਨਹੀਂ ਹੋਈ। ਕਈ ਵਾਰ ਤਾਂ ਆ ਕੇ ਸਾਡੇ ਕੋਲ ਇੰਨਾ ਰੋਂਦੇ ਆ ਕਿ ਸਾਨੂੰ ਪ੍ਰੈਸ਼ਰ ਹੈ, ਫਿਰ ਮੈਂ ਉਹਨਾਂ ਨੂੰ ਕਾਉਂਸਲ ਇਹ ਕਰਦੀ ਆ ਵੀ ਤੁਸੀਂ ਲੜਨਾ ਸਿੱਖੋ, ਆਪਣੇ ਲਈ ਲੜਨਾ ਸਿੱਖੋ। तो मैम हार्मोनल इम्बैलेंस ये समझ आ रहा है पीसीओडी पीसीओएस करके, उस तो अलावा भी कोई मेन रीजन है इसका? हाँ जी, एक हार्मोनल इंबैलेंस का बहुत बड़ा कारण है मॉर्निंग आफ्टर पिल, जड़ा ਅਸੀਂ ਕਹਿੰਦੇ ਆ ਨਾ ਐਮਰਜੈਂਸੀ ਕੰਟਰਸੈਪਸ਼ਨ ਜਿਹਨੂੰ ਕਹਿੰਦੇ ਆ। ਫਾਰਮਾਸਿਸਟ ਕੋਲ ਜਾਓ, ਕਹੋ ਕਿ ਮਾਰਨਿੰਗ ਆਫਟਰ ਪਿਲ ਐਮਰਜੈਂਸੀ ਕੰਟਰਸੈਪਸ਼ਨ ਦੇ ਦਿਓ, 2 ਗੋਲੀਆਂ ਖਾ ਲੀਆਂ, ਕੁੜੀਆਂ ਨੂੰ ਲੱਗਦਾ ਅਸੀਂ ਸੇਫ ਹੋ ਗਏ, ਬਟ ਦੈਟ ਜਿਹੜਾ ਬੈਲੈਂਸ ਆਫ ਦ ਹਾਰਮੋਨਸ ਨੂੰ ਖਤਮ ਕਰ ਵੀ ਐਜ਼ ਅ ਸਿੰਗਲ ਮਦਰ ਤੁਸੀਂ ਇੱਥੇ ਤੱਕ ਆਏ ਹੋ ਐਂਡ ਤੁਹਾਨੂੰ ਲੋਡ ਫੀਲ ਨਹੀਂ ਹੋਈ ਕਿਸੇ ਦੀ? ਜਿਹੜਾ ਸਾਡਾ ਸਰਕਲ ਸੀਗਾ, ਕਪਲਸ ਅਸੀਂ ਪਾਰਟੀਆਂ ਕਰਦੇ ਸੀ, ਜਾਂਦੇ ਸੀ ਕਦੀ ਇਕੱਠੇ ਟਰੈਵਲ ਕਰਨਾ, ਉਹ ਲੋਕਾਂ ਨੇ ਮੈਨੂੰ ਬੁਲਾਣਾ ਛੱਡ, ਮਤਲਬ ਉਹ ਇਹ ਹੋ ਗਿਆ ਕਿ ਹੁਣ ਇਹ ਸਿੰਗਲ ਲੇਡੀ ਹੈ, ਹੁਣ ਇਹਨੂੰ ਅਸੀਂ ਆਪਣੇ ਫੈਮਿਲੀ ਫੰਕਸ਼ਨਸ ਵਿੱਚ ਨਹੀਂ ਇਨਵਾਈਟ ਕਰਨਾ। ਆਈ ਫੈਲਟ ਦੈਟ। ਟ੍ਰੀਟ ਪੀਸੀਓਡੀ ਐਂਡ ਪੀਸੀਓਐਸ, ਸੋ ਉਹਦਾ ਇੱਕ ਬੜਾ ਹੋਇਆ ਹੈ ਦੈਟ ਇਹ ਦੋਵੇਂ ਸੇਮ ਚੀਜ਼ਾਂ ਨੇ ਜਾਂ ਫਿਰ ਕੋਈ ਡਿਫਰੈਂਸ ਹੈ? ਕੁੜੀ ਹੈ ਤੁਹਾਡੀ 17-18 ਸਾਲ ਦੀ, ਕੋਈ ਵੀ ਕੁੜੀ ਦਾ ਤੁਸੀਂ ਸਕੈਨ ਕਰਾ ਲਓ ਪੀਸੀਓਐਸ ਹੀ ਆਏਗਾ, ਕਿਉਂਕਿ the cysts are still immature, ਹਲੇ ਉਹ ਆਈ ਡੋਨਟ ਨੋ ਇੰਡੀਆ ਦੇ ਵਿੱਚ ਇਹ ਗੱਲ ਕਿੰਨੀ ਕੀ ਓਪਨਲੀ ਕਰ ਸਕਦੇ ਆ। ਐਗ ਫਰੀਜ਼ਿੰਗ ਬਹੁਤ ਕਾਮਨ ਹੋ ਗਈ। ਓਕੇ, ਬਿਕੋਜ਼ ਯੂ ਆਰ ਰਾਈਟ, ਕਰੀਅਰ ਓਰੀਐਂਟਡ ਬਹੁਤ ਹੈ ਕੁੜੀਆਂ, ਹੋਣਾ ਵੀ ਚਾਹੀਦਾ। ਸਾਇੰਸ ਨੇ ਇੰਨੀ ਐਡਵਾਂਸਮੈਂਟ ਕਰ ਲਈ ਹੈ ਕਿ ਜੇ ਐਗ ਫਰੀਜ਼ ਹੋ ਸਕਦੇ ਆ ਤੇ ਵਾਈ ਨਾਟ ਗੋ ਫॉर ਇਟ, ਐਂਡ ਤੁਸੀਂ ਆਪਣੇ ਐਗ ਫਰੀਜ਼ ਕਰਾ ਲਓ ਐਂਡ ਦੈਨ ਵੈਨੇਵਰ ਯੂ ਪਲਾਨ ਯੋਰ ਫੈਮਿਲੀ ਦੋਜ਼ ਐਗਸ ਕੀ ਸਰੋਗੇਸੀ ਆਪਸ਼ਨ ਹੈ? Surrogacy, I would like to say that Tri-City ਵਿੱਚ ਤੇ even ਪੰਜਾਬ ਜਨਨੀ ਨੇ ਹੀ ਪਹਿਲੇ ਸਰੋਗੇਸੀ ਸਟਾਰਟ ਕੀਤੀ। ਸਾਡਾ ਫਰਸਟ ਸਰੋਗੇਸੀ ਬੇਬੀਜ਼ ਜਿਹੜੇ ਹੋਏ ਸੀ that was in 2010। ਕਿੰਨੇ ਪੇਸ਼ੈਂਟਸ? ਆਈ ਥਿੰਕ 3000 ਤੋਂ ਕਿਤੇ ਜ਼ਿਆਦਾ ਤੁਸੀਂ ਲੋਕਾਂ ਨੂੰ ਟ੍ਰੀਟ ਕਰ ਚੁੱਕੇ? ਯੈਸ, ਕਾਊਂਟ ਨਹੀਂ ਰੱਖਿਆ ਬਟ ਯੈਸ ਇਸ ਤੋਂ ਜ਼ਿਆਦਾ ਤਾਂ ਹੈ, ਮਤਲਬ 25 ਸਾਲ ਤਾਂ ਹੋ ਗਏ ਇਸ ਫੀਲਡ 'ਚ। ਤੁਹਾਡੇ ਕੋਲ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਕੇਸਿਸ ਕਿਸ ਚੀਜ਼ ਦੇ ਹਨ? ਸਾਡੇ ਕੋਲ ਮੋਸਟਲੀ ਤਾਂ ਸਾਰੇ IVF ਹੈ। IVF ਮਾਈ ਨੈਕਸਟ ਕੁਐਸਚਨ IVF ਇੱਕ ਬਿਕੋਜ਼ ਸਾਡਾ ਟਰਸ਼ਰੀ ਕਲੀਨਿਕ ਕਿਸੇ ਵੀ ਮੈਡੀਕਲ ਰੀਜ਼ਨ ਕਰਕੇ ਜੋ ਪ੍ਰੈਗਨੈਂਟ ਨਹੀਂ ਹੋ ਸਕਦੇ ਜੀ, ਸਿਰਫ ਉਸ ਪੇਸ਼ੈਂਟ ਲਈ ਸਰੋਗੇਸੀ ਹੈ ਜਾਂ ਉਹਨਾਂ ਦੇ ਫੇਲਡ IVFs ਹੈ। ਪਰ ਆਈ ਨੋ ਜਿਹੜੇ ਕਿਤੇ ਨਾ ਕਿਤੇ ਅਫਸੋਸ ਕਰਦੇ ਨੇ ਕਾਸ਼ ਮੁੰਡਾ ਹੁੰਦਾ, ਸੋ ਐਨੀ ਮੈਸੇਜ ਟੂ them? ਕਿ ਕੋਈ ਕਮੀ ਨਹੀਂ ਹੈ, ਕੁੜੀਆਂ ਮੁੰਡੇ ਬਰਾਬਰ ਹੈ, ਫਰਕ ਕੋਈ ਨਹੀਂ ਹੈ। ਇਨਫੈਕਟ ਮੈਨੂੰ ਇਹ ਲੱਗਦਾ ਕਿ ਕੁੜੀਆਂ ਐਮਪੈਥੈਟਿਕ ਜ਼ਿਆਦਾ ਹੈ, ਪਰਿਵਾਰ ਨੂੰ ਜ਼ਿਆਦਾ ਸਮਝਦੀਆਂ ਦੇਖਦੀਆਂ, ਤੇ ਹੁਣ ਤਾਂ ਸਾਰੀਆਂ ਕੁੜੀਆਂ ਮੋਸਟਲੀ ਕਮਾਉਂਦੀ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਸੋਨਾਲੀ ਤੇ ਤੁਸੀਂ ਮੈਨੂੰ ਦੇਖ ਰਹੇ ਹੋ ਰੇਡੀਓ ਸਾਡੇ ਆਲਾ ਦੇ ਡਿਜੀਟਲ ਪਲੇਟਫਾਰਮ ਸਾਡੇ ਆਲਾ ਟੀਵੀ ਦੇ ਉੱਤੇ। ਸੋ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਬੈਕ ਟੂ ਬੈਕ ਸੋਸ਼ਲ ਪੋਡਕਾਸਟ ਤੇ ਬਹੁਤ ਗੱਲ ਹੋ ਰਹੀ ਹੈ ਐਂਡ ਮੈਂ ਇਸ ਗੱਲ ਤੇ ਬਹੁਤ ਰਿਸਰਚ ਕੀਤੀ ਹੈ ਕਿ ਨਿਊਜ਼ੀਲੈਂਡ ਵਿੱਚ ਜਿਹੜੇ ਵੀ ਲੋਕ ਸਾਨੂੰ ਦੇਖ ਰਹੇ ਨੇ ਕਿਸ ਚੀਜ਼ ਦੇ ਬਾਰੇ ਗੱਲ ਕੀਤੀ ਜਾ ਸਕਦੀ ਹੈ ਨਾ, ਕਿਉਂਕਿ ਮੈਂਟਲ ਹੈਲਥ ਜਾਂ ਫਿਰ ਕੁੜੀਆਂ ਦੀ ਪ੍ਰੋਬਲਮਸ ਬਹੁਤ ਸਾਰੀਆਂ ਨੇ। ਸੋ ਅੱਜ ਸ਼ੋਅ ਤੇ ਮੈਨੂੰ ਲੱਗਿਆ ਵੀ ਕਿਸੇ ਇਹੋ ਜਿਹੇ ਗੈਸਟ ਨੂੰ ਹੀ ਬੁਲਾਉਣਾ ਚਾਹੀਦਾ ਹੈ ਜੋ ਕਿ ਪ੍ਰੋਬਲਮਸ ਦੇ ਸੋਲੂਸ਼ਨ ਸਾਨੂੰ ਦੇ ਸਕੇ। ਸੋ ਅੱਜ ਮੇਰੇ ਨਾਲ ਸ਼ੋਅ ਤੇ ਨੇ ਨਿਰਮਲ ਵਸੀਮ ਮੈਮ ਜੋ ਕਿ ਇਨਫਰਟੀਲਿਟੀ ਸਪੈਸ਼ਲਿਸਟ ਨੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਕੀ ਹਾਲ ਨੇ ਤੁਹਾਡੇ? ਬਹੁਤ ਵਧੀਆ ਜੀ। ਤੁਸੀਂ ਨਾ ਬਹੁਤ ਐਲੀਗੈਂਟ ਲੱਗ ਰਹੇ ਹੋ। ਓਹ ਥੈਂਕ ਯੂ। ਐਂਡ ਸੈਕੰਡ ਥਿੰਗ ਆਈ ਵੁੱਡ ਲਾਈਕ ਟੂ ਮੈਂਸ਼ਨ, ਜਦੋਂ ਮੈਂ ਰਿਸਰਚ ਕਰ ਰਹੀ ਸੀ ਨਾ ਕਿ ਮੈਂ ਮੇਰੇ ਗੈਸਟ ਕੌਣ ਹੋਣੇ ਚਾਹੀਦੇ ਨੇ ਸ਼ੋਅ ਤੇ, ਸੋ ਆਫ ਕੋਰਸ ਯੂ ਆਰ ਨੰਬਰ 1 ਇਨ ਚੰਡੀਗੜ੍ਹ ਹੈ ਨਾ, ਤੇ ਹੋਰ ਵੀ ਸਿਟੀਜ਼ ਤੋਂ ਲੋਕ ਚੰਡੀਗੜ੍ਹ ਆਉਂਦੇ ਨੇ ਤੁਹਾਡੇ ਕੋਲ, ਬਟ ਇੱਕ ਚੀਜ਼ ਜਿਹਨੇ ਮੈਨੂੰ ਤੁਹਾਡੇ ਵੱਲ ਆਉਣ ਲਈ ਮਜਬੂਰ ਕੀਤਾ, ਦੈਟ ਇਜ਼ ਦ ਨੇਮ ਜਨਨੀ। ਓਹ ਯੈਸ, ਦੈਟਸ ਬਿਊਟੀਫੁਲ। ਆਈ ਐਮ ਸ਼ੋਰ ਕੋਈ ਸਟੋਰੀ ਜ਼ਰੂਰ ਇਹਦੇ ਪਿੱਛੇ ਹੋਏਗੀ, ਸੋ ਵਿਲ ਸਟਾਰਟ ਫਰਮ ਦੈਟ। ਓਕੇ, ਜਨਨੀ ਨਾਮ ਜਿਹੜਾ ਹੈ ਸਾਡੇ ਇੱਕ ਫੈਮਿਲੀ ਫਰੈਂਡ ਸੀਗੇ, ਉਹਨਾਂ ਨੇ ਦਿੱਤਾ ਜਦੋਂ ਮੈਂ ਜੌਬ ਛੱਡੀ ਤੇ ਆਈ ਵਾਜ਼ ਲੋਸਟ, ਮੈਨੂੰ ਨਹੀਂ ਸੀ ਸਮਝ ਆ ਰਿਹਾ ਹੁਣ ਅੱਗੇ ਕੀ ਕਰਨਾ, ਤੇ ਉਹ ਸਾਡੇ ਫੈਮਿਲੀ ਫਰੈਂਡ ਜਦੋਂ ਘਰ ਆਏ ਤੇ ਕਹਿੰਦੇ आज से आप जननी के नाम से काम करोगे। ਵਾਓ। So at that time I didn't have my own clinic. I Okay. was doing freelance ਕਰਦੀ ਸੀ ਮੈਂ, ਆਪਣਾ ਸੈਟਅਪ ਨਹੀਂ ਸੀਗਾ, ਪਰ ਜਨਨੀ ਦੇ ਕਾਰਡ ਛਪਵਾ ਲਏ ਸੀ ਤੇ ਮੇਰੇ ਖਿਆਲ 3-4 ਸਾਲ ਬਾਅਦ ਹੀ ਸਾਡਾ ਸੈਂਟਰ ਖੁੱਲ ਗਿਆ ਜਨਨੀ ਦੇ ਨਾਮ ਤੇ। ਦੈਟਸ ਗ੍ਰੇਟ। ਕਿਉਂਕਿ ਸਾਨੂੰ ਲੋਕ ਨਿਊਜ਼ੀਲੈਂਡ ਦੇ ਵਿੱਚ ਸੁਣਨਗੇ ਤੇ ਦੇਖ ਵੀ ਰਹੇ ਨੇ
ਤੇ ਉੱਥੇ ਨਾ ਜਦੋਂ ਵੀ ਪ੍ਰੈਗਨੈਂਸੀ ਅਨਾਉਂਸ ਹੁੰਦੀ ਹੈ ਤਾਂ 5th ਮੰਥ ਦੇ ਵਿੱਚ ਜੈਂਡਰ ਦੱਸ ਦਿੰਦੇ ਆ, ਹੈ ਨਾ? ਸੋ ਇਹ ਤੁਹਾਨੂੰ ਵੀ ਪਤਾ ਹੈ, ਆਡੀਅנס ਨੂੰ ਵੀ ਪਤਾ ਹੈ। I don't think so ਮੈਨੂੰ ਪੁੱਛਣਾ ਚਾਹੀਦਾ, ਬਟ ਆਮ ਵੈਰੀ ਕਿਊਰੀਅਸ ਟੂ ਨੋ ਕਿ ਹਜੇ ਵੀ, ਬਿਕਾਜ਼ ਯੂ ਆਰ ਵਰਕਿੰਗ ਇਨ ਇੰਡੀਆ, ਸਪੈਸ਼ਲੀ ਚੰਡੀਗੜ੍ਹ ਦੇ ਵਿੱਚ, ਆਈ ਡੋਂਟ ਥਿੰਕ ਸੋ ਵੈਸੇ ਇੱਦਾਂ ਦਾ ਕੁਛ ਹੋਏਗਾ, ਬਟ ਇੱਦਾਂ ਦਾ ਕੁਛ ਹੈ ਵੀ ਹਜੇ ਵੀ ਜੈਂਡਰ ਸਿਲੈਕਸ਼ਨ ਲਈ ਲੋਕ ਤੁਹਾਡੇ ਕੋਲ ਆਉਂਦੇ ਨੇ, ਜਾਂ ਫਿਰ ਇਹ ਕਹਿੰਦੇ ਨੇ ਵੀ ਮੈਨੂੰ ਕੁੜੀ ਨਹੀਂ ਮੁੰਡਾ ਚਾਹੀਦਾ ਹੈ? ਹਾਂਜੀ ਪਲੀਜ਼ ਸੇ ਨੋ। ਹਾਂਜੀ ਨਹੀਂ ਓ ਮਾਈ ਗॉड। ਮਤਲਬ ਬੜੇ ਅਫਸੋਸ ਦੀ ਗੱਲ ਹੈ, ਓਕੇ ਘਟ ਗਿਆ ਹੈ, ਇਹ ਡਿਮਾਂਡ ਥੋੜੀ ਘਟੀ ਹੈ ਜੀ। ਪਰ ਖਤਮ ਨਹੀਂ ਹੋਈ ਹੈ। ਜਿਹੜੀ ਹੁਣ ਤੁਹਾਡੀ ਜਨਰੇਸ਼ਨ ਹੈ ਉਹ ਘਟ ਗਏ ਹੈ, ਮਤਲਬ ਡਿਮਾਂਡ ਉਹਨਾਂ ਦੀ ਇੰਨੀ ਜ਼ਿਆਦਾ ਨਹੀਂ ਹੈ। ਪਰ ਜਿਹੜੇ ਸਾਡੇ ਕੋਲ ਪੇਸ਼ੈਂਟਸ ਤੁਹਾਡੀ ਏਜ ਗਰੁੱਪ ਦੇ ਜਿਵੇਂ 30s ਜਾਂ 20s 30s ਦੇ ਵਿੱਚ ਆਫਟਰ ਮੈਰਿਜ ਆਉਂਦੇ ਹੈ, ਤੇ ਉਹਨਾਂ ਤੇ ਫੈਮਿਲੀ ਤੇ ਸੁਸਾਇਟੀ ਦਾ ਪ੍ਰੈਸ਼ਰ ਬਹੁਤ ਹੈ। ਕਈ ਵਾਰ ਤਾਂ ਆ ਕੇ ਸਾਡੇ ਕੋਲ ਇੰਨਾ ਰੋਂਦੇ ਆ ਕਿ ਸਾਨੂੰ ਪ੍ਰੈਸ਼ਰ ਹੈ, ਫਿਰ ਮੈਂ ਉਹਨਾਂ ਨੂੰ ਕਾਉਂਸਲ ਇਹ ਕਰਦੀ ਹਾਂ ਵੀ ਤੁਸੀਂ ਲੜਨਾ ਸਿੱਖੋ, ਆਪਣੇ ਲਈ ਲੜਨਾ ਸਿੱਖੋ, ਬਿਕੋਜ਼ ਸਾਡੀ ਸੁਸਾਇਟੀ ਦਾ ਪ੍ਰੈਸ਼ਰ ਫॉर ਅ ਮੇਲ ਚਾਈਲਡ ਸਪੈਸ਼ਲੀ ਨਾਰਥ ਇੰਡੀਆ 'ਚ ਬਹੁਤ ਜ਼ਿਆਦਾ। ਓਕੇ ਤੇ ਠੀਕ ਹੈ, ਮਤਲਬ ਇਟ ਇਜ਼ ਸਮਥਿੰਗ ਵਿਚ ਇਜ਼ ਕਮਿੰਗ ਫਰਮ ਦ ਹਿਸਟਰੀ ਤੋਂ ਪਿੱਛੋਂ ਹੀ ਆ ਰਿਹਾ। ਜੇ ਸਾਡੀ ਕੰਟਰੀ 'ਚ ਫੀਮੇਲ ਫਿਟੋਸਾਈਡ ਨਾ ਹੁੰਦੇ ਤੇ ਸ਼ਾਇਦ ਇਹ ਕਾਨੂੰਨ ਵੀ ਲਾਗੂ ਨਾ ਹੁੰਦਾ, ਪਰ ਇੱਥੇ ਕ੍ਰਿਮੀਨਲ ਆਫੈਂਸ ਹੈ, ਡਾਕਟਰ ਲਈ ਵੀ ਤੇ ਪੇਸ਼ੈਂਟ ਲਈ ਵੀ। ਤੇ ਪ੍ਰੀ ਕਨਸੈਪਸ਼ਨ ਜਿਹੜੇ ਸਾਡੇ ਇੱਕ ਅਥਾਰਟੀ ਹੈ PCPNDT, ਪ੍ਰੀ ਕਨਸੈਪਸ਼ਨ ਐਂਡ ਪ੍ਰੀਨੇਟਲ ਟੈਸਟਿੰਗ ਜਿਹੜੀ ਹੈ ਉਹ ਬੈਂਡ ਹੈ ਇੰਡੀਆ 'ਚ ਫॉर ਜੈਂਡਰ ਸਿਲੈਕਸ਼ਨ। ਜੀ, ਬਟ ਹਾਊ ਡੂ ਯੂ ਸੀ ਇਟ? ਕਿਉਂਕਿ ਜਿੰਨਾ ਮੈਂ ਤੁਹਾਡੇ ਬਾਰੇ ਰਿਸਰਚ ਕੀਤਾ, ਤੁਹਾਡੀ ਖੁਦ ਦੀ ਵੀ ਦੋ ਕੁੜੀਆਂ ਹੈ, ਇਫ ਆਮ ਨਾਟ ਰੋਂਗ, ਤੁਸੀਂ ਐਜ਼ ਅ ਸਿੰਗਲ ਮਦਰ ਉਹਨਾਂ ਨੂੰ ਇੱਥੇ ਤੱਕ ਲੈ ਕੇ ਆਏ ਹੋ, ਐਂਡ ਹਾਊ ਡੂ ਯੂ ਲਾਈਕ ਡਿਫਾਈਨ ਮੈਨੂੰ ਤਾਂ ਲੱਗਦਾ ਇਟਸ ਆਲ ਇਨ ਦਾ ਮਾਈਂਡਸੈਟ, ਦਿਮਾਗ ਦੀ ਗੱਲ ਹੈ। ਜੀ ਠੀਕ ਹੈ, ਸੁਸਾਇਟੀ ਦਾ ਪ੍ਰੈਸ਼ਰ ਜੇ ਅਸੀਂ ਲੈਣਾ ਬੰਦ ਕਰ ਦਈਏ ਤੇ ਅਸੀਂ ਸ਼ੁਰੂਆਤ ਆਪਣੇ ਘਰ ਤੋਂ ਕਰੀਏ, ਚੇਂਜ ਆਪਣੇ ਘਰੋਂ ਸ਼ੁਰੂ ਹੁੰਦਾ। ਹੁਣ ਜੇ ਮੈਂ, ਤੁਸੀਂ ਗੱਲ ਕੀਤੀ ਕਿ ਮੇਰੀਆਂ ਦੋ ਕੁੜੀਆਂ, ਜਦੋਂ ਮੇਰੀਆਂ ਬੇਟੀਆਂ ਹੋਣ ਵਾਲੀਆਂ ਸੀ, ਜਦੋਂ ਜੋ ਐਰਾ ਸੀਗਾ ਉਹ ਵਾਲਾ, ਜੀ ਉਦੋਂ ਤਾਂ ਬੜੇ ਆਰਾਮ ਨਾਲ ਇੰਡੀਆ 'ਚ ਵੀ ਦੱਸ ਦਿੰਦੇ ਸੀ। ਨਾਲੇ ਮੇਰੀ ਵੱਡੀ ਬੇਟੀ ਤਾਂ ਅਬਰੋਡ ਹੋਈ ਹੈ, ਉੱਥੇ ਡਾਕਟਰ ਨੇ ਮੈਨੂੰ ਪੁੱਛਿਆ ਕਿ ਤੁਹਾਨੂੰ ਦੱਸ ਦਈਏ ਕੀ ਹੈ ਬੱਚਾ? ਮੈਂ ਕਿਹਾ ਨਹੀਂ, ਮੈਂ ਸਰਪ੍ਰਾਈਜ਼ ਚਾਹੁੰਦੀ ਹਾਂ, ਮੈਨੂੰ ਨਹੀਂ, ਮੈਂ ਜਾਣਨਾ ਨਹੀਂ ਚਾਹੁੰਦੀ, ਹੈ ਨਾ। ਤੇ ਫਿਰ ਆਈ ਐਮ ਦ ਓਨਲੀ ਚਾਈਲਡ, ਮੇਰਾ ਕੋਈ ਬ੍ਰਦਰ ਸਿਸਟਰ ਨਹੀਂ ਹੈ, ਤੇ ਮੈਨੂੰ ਤਾਂ ਕਦੀ ਫਰਕ ਲੱਗਿਆ ਹੀ ਨਹੀਂ ਕਿ ਮੁੰਡਾ ਔਰ ਕੁੜੀ ਦਾ ਕੀ ਫਰਕ ਹੁੰਦਾ। ਮੇਰੀਆਂ ਕੁੜੀਆਂ ਜਿਹੜੀਆਂ, ਮਤਲਬ ਜੇ ਮੈਂ ਇਹ ਵੀ ਨਹੀਂ ਕਹਿ ਸਕਦੀ ਕਿ ਉਹ ਮੁੰਡਿਆਂ ਵਰਗੀਆਂ, ਕਿਉਂਕਿ ਮੈਨੂੰ ਕਦੀ ਫਰਕ ਹੀ ਨਹੀਂ ਲੱਗਿਆ ਕਿ ਉਹ ਕੁਝ ਜੀ ਕਿਸੇ ਗੱਲ 'ਚੋਂ ਕਮੀ ਹੈ ਉਹਨਾਂ 'ਚ। ਜੀ ਹਰ ਕੰਮ ਕਰ ਲੈਂਦੀਆਂ, ਮੈਂ ਵੀ ਹਰ ਕੰਮ ਕੀਤਾ। ਮਤਲਬ ਜਿੱਥੇ ਕਹਿੰਦੇ ਆ ਕਿ ਮੇਲ ਦਾ ਹੋਣਾ ਜ਼ਰੂਰੀ ਹੈ, ਫਿਜ਼ੀਕਲ ਵਰਕ ਆਈ ਅੰਡਰਸਟੈਂਡ, ਮੈਨ ਕਹਿੰਦੇ ਆ ਕਿ ਬੰਦੇ ਥੋੜੇ ਫਿਜ਼ੀਕਲੀ ਜ਼ਿਆਦਾ ਸਟਰੋਂਗ ਹੁੰਦੇ ਆ, ਐਂਡ ਇਹ ਫੈਕਟ ਹੈ। ਔਰਤਾਂ ਇਮੋਸ਼ਨਲੀ ਜ਼ਿਆਦਾ ਸਟਰੋਂਗ ਹੁੰਦੀਆਂ, ਪਰ ਜੇ ਕਾਰ ਦਾ ਟਾਇਰ ਬਦਲਣਾ ਹੋਵੇ ਉਹ ਵੀ ਮੈਂ ਬਦਲ ਲੈਂਦੀ ਹਾਂ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਜ਼ਰੂਰਤ ਹੈ ਕਿਸੇ ਮੇਲ ਦੀ ਉਸ ਟਾਈਮ ਤੇ। ਜੀ ਪਰ ਯੈਸ, ਜੇ ਅਸੀਂ ਵੈਸੇ ਐਜ਼ ਅ ਫੈਮਿਲੀ, ਐਜ਼ ਐਨ ਇੰਸਟੀਟਿਊਸ਼ਨ ਇੱਕ ਗੱਲ ਨੂੰ ਸਮਝੀਏ ਤਾਂ ਦੋਨੇ ਬਰਾਬਰ ਹੈ। ਦੋਨਾਂ ਦੀ ਜ਼ਰੂਰਤ ਪਰਿਵਾਰ 'ਚ ਹੋਣੀ ਚਾਹੀਦੀ ਹੈ, ਨਾਟ ਫॉर द ਸੇਕ ਆਫ ਦੈਟ ਕਿ ਕੁੜੀਆਂ ਮਾਰੋ ਤੇ ਮੁੰਡਾ ਹੋਣਾ ਚਾਹੀਦਾ, ਨੋ, ਜੀ ਬਟ ਐਜ਼ ਪਾਰਟਨਰਸ, ਮੇਲ ਫੀਮੇਲ ਇਕੱਠੇ ਪਰਿਵਾਰ ਚਲਾਉਂਦੇ ਆ, ਇਸ ਲਈ ਬੈਲੈਂਸ ਬਹੁਤ ਜ਼ਰੂਰੀ ਹੈ। ਜੀ। ਥੋੜਾ ਜਿਹਾ ਪਰਸਨਲ ਕੁਐਸਚਨਸ ਹੈ, ਬਟ ਆਈ ਰੀਅਲੀ ਵਾਂਟ ਟੂ ਨੋ ਕਿ ਤੁਸੀਂ ਕਿਹਾ ਵੀ ਐਜ਼ ਅ ਸਿੰਗਲ ਮਦਰ ਤੁਸੀਂ ਇੱਥੇ ਤੱਕ ਆਏ ਹੋ ਐਂਡ ਤੁਹਾਨੂੰ ਲੋੜ ਫੀਲ ਨਹੀਂ ਹੋਈ ਕਿਸੇ ਦੀ, ਪਰ ਆਈ ਐਮ ਵੈਰੀ ਸ਼ੋਰ ਵੀ ਜਿੱਦਾਂ ਦੀ ਸੋਸਾਇਟੀ ਦੇ ਵਿੱਚ ਰਹਿ ਰਹੇ ਹੋ, ਕੁਐਸਚਨਸ ਜ਼ਰੂਰ ਆਏ ਹੋਣਗੇ, ਜਾਂ ਤੁਸੀਂ ਕਿਵੇਂ ਉਹ ਚੀਜ਼ ਹੈਂਡਲ ਕੀਤੀ? ਯੈਸ, ਨਾਰਥ ਵਿੱਚ ਥੋੜਾ ਮੈਨੂੰ ਫਰਕ ਲੱਗਿਆ। ਵੈਸੇ ਮੈਂ ਬੰਬੇ ਤੋਂ ਹਾਂ, ਮਤਲਬ ਬਿਫੋਰ ਮੈਰਿਜ ਬੰਬੇ ਰਹਿੰਦੇ ਸੀਗੇ ਅਸੀਂ, ਉੱਥੇ ਮੈਨੂੰ ਕਦੀ ਫਰਕ ਨਹੀਂ ਮਹਿਸੂਸ ਹੋਇਆ। ਕੁਝ ਮੇਰੇ ਪੇਰੈਂਟਸ ਦੀ ਸ਼ਾਇਦ ਅਪਬ੍ਰਿੰਗਿੰਗ ਇੱਦਾਂ ਦੀ ਸੀ, ਇਕੱਲਾ ਬੱਚਾ ਹੋਣ ਕਰਕੇ ਵੀ ਮੈਨੂੰ ਕਦੀ ਡਿਸਕ੍ਰਿਮੀਨੇਸ਼ਨ ਫੀਲ ਨਹੀਂ ਹੋਈ। ਉਸ ਜ਼ਮਾਨੇ 'ਚ 80s ਵਿੱਚ ਸਕੂਲ ਕਾਲਜ ਮੁੰਡੇ ਵੀ ਮੇਰੇ ਦੋਸਤ ਸੀਗੇ, ਘਰ ਵੀ ਆਉਂਦੇ ਸੀ, ਤੇ ਕਦੀ ਕਿਸੇ ਨੇ ਸਵਾਲ ਨਹੀਂ ਚੁੱਕਿਆ, ਤੇ ਕਦੀ ਗੱਲ 'ਚ ਵੀ, ਮਤਲਬ ਇੱਕ ਮਨ 'ਚ ਵੀ ਨਹੀਂ ਗੱਲ ਆਉਂਦੀ ਸੀ ਵੀ ਕੋਈ ਫਰਕ ਹੈ ਨਾ। ਪਰ ਨਾਰਥ ਵਿੱਚ ਮੈਂ ਇਹ ਚੀਜ਼ ਥੋੜੀ ਜਿਹੀ ਫੀਲ ਕੀਤੀ ਜਦੋਂ ਐਜ਼ ਅ ਸਿੰਗਲ ਲੇਡੀ ਜੀਣਾ ਸ਼ੁਰੂ ਕੀਤਾ, ਜਦੋਂ ਸੈਪਰੇਸ਼ਨ ਹੋਈ ਜੀ ਹਸਬੈਂਡ ਨਾਲ। ਤੇ ਜੋ ਮੈਨੂੰ ਸਭ ਤੋਂ ਜ਼ਿਆਦਾ, ਮਤਲਬ ਮੈਂ ਇਹ ਗੱਲ ਕਦੀ ਕਹੀ ਨਹੀਂ, ਪਰ ਜੋ ਮੈਨੂੰ ਸਭ ਤੋਂ ਜ਼ਿਆਦਾ ਗੱਲ ਕਈ ਵਾਰੀ ਫੀਲ ਹੋਈ, ਉਹ ਇਹ ਫੀਲ ਹੋਈ ਕਿ ਜਿਹੜਾ ਸਾਡਾ ਸਰਕਲ ਸੀਗਾ, ਕਪਲਸ, ਅਸੀਂ ਪਾਰਟੀਆਂ ਕਰਦੇ ਸੀ, ਜਾਂਦੇ ਸੀ, ਕਦੀ ਇਕੱਠੇ ਟਰੈਵਲ ਕਰਨਾ, ਉਹ ਲੋਕਾਂ ਨੇ ਮੈਨੂੰ ਬੁਲਾਉਣਾ ਛੱਡ, ਮਤਲਬ ਉਹ ਇਹ ਹੋ ਗਿਆ ਕਿ ਹੁਣ ਇਹ ਸਿੰਗਲ ਲੇਡੀ ਹੈ, ਹੁਣ ਇਹਨੂੰ ਅਸੀਂ ਆਪਣੇ ਫੈਮਿਲੀ ਫੰਕਸ਼ਨਸ ਵਿੱਚ ਨਹੀਂ ਇਨਵਾਈਟ ਕਰਨਾ। ਆਈ ਫੈਲਟ ਦੈਟ। ਹੁਣ ਵਿਦ ਟਾਈਮ, ਵਿਦ ਏਜ ਫਰਕ ਪੈ ਗਿਆ, ਮਤਲਬ ਹੁਣ ਤਾਂ ਨਾਰਥ 'ਚ ਵੀ ਚੇਂਜਸ ਆ ਰਹੇ ਹੈ, ਬਟ ਐਟ ਦੈਟ ਟਾਈਮ ਯੈਸ, ਉਦੋਂ ਫਰਕ ਫੀਲ ਹੋਇਆ। ਓਕੇ, ਬਿਕਾਜ਼ ਅਸੀਂ ਜੈਂਡਰ ਤੋਂ ਸ਼ੁਰੂਆਤ ਕੀਤੀ ਹੈ, ਸੋ ਐਨੀ ਮੈਸੇਜ ਟੂ ਸੱਚ ਪੀਪਲ ਜਿਹੜੇ ਕਿ ਹਜੇ ਵੀ ਇਸ ਗੱਲ ਤੇ ਬਿਲੀਵ ਰੱਖਦੇ ਵੀ ਨਹੀਂ ਮੁੰਡਾ ਹੀ ਹੋਣਾ ਚਾਹੀਦਾ? ਬਿਕਾਜ਼ ਆਈ ਨੋ ਸਮ ਪੀਪਲ
ਪਰ ਮੈਨੂੰ ਇਹ ਉਮੀਦ ਨਹੀਂ ਆ ਵੀ ਜਦ ਤੱਕ ਬੱਚਾ ਇਸ ਦੁਨੀਆ ਦੇ ਵਿੱਚ ਆਇਆ ਨਹੀਂ ਉਦੋਂ ਪ੍ਰੈਸ਼ਰ ਕਰਨਗੇ ਵੀ ਨਹੀਂ ਦੈਟ ਸ਼ੁੱਡ ਬੀ ਅ ਬॉय, ਪਰ ਆਈ ਨੋ ਜਿਹੜੇ ਕਿਤੇ ਨਾ ਕਿਤੇ ਅਫਸੋਸ ਕਰਦੇ ਨੇ ਕਿ ਕਾਸ਼ ਮੁੰਡਾ ਹੁੰਦਾ। ਸੋ ਐਨੀ ਮੈਸੇਜ ਟੂ them? ਪਹਿਲੀ ਗੱਲ ਤਾਂ ਇਹ ਸਮਝੋ ਕਿ ਕੋਈ ਕਮੀ ਨਹੀਂ ਹੈ, ਕੁੜੀਆਂ ਮੁੰਡੇ ਬਰਾਬਰ ਹੈ, ਫਰਕ ਕੋਈ ਨਹੀਂ ਹੈ। ਇਨਫੈਕਟ ਮੈਨੂੰ ਇਹ ਲੱਗਦਾ ਹੈ ਕਿ ਕੁੜੀਆਂ ਐਮਪੈਥੈਟਿਕ ਜ਼ਿਆਦਾ ਹੈ, ਪਰਿਵਾਰ ਨੂੰ ਜ਼ਿਆਦਾ ਸਮਝਦੀਆਂ ਦੇਖਦੀਆਂ, ਤੇ ਹੁਣ ਤਾਂ ਸਾਰੀਆਂ ਕੁੜੀਆਂ ਮੋਸਟਲੀ ਕਮਾਉਂਦੀ ਹੈ ਐਂਡ ਫਾਈਨੈਂਸ਼ੀਅਲ ਡਿਪੈਂਡੈਂਸ ਵੀ ਨਹੀਂ ਜਿਹੜੀ ਪਹਿਲੇ ਸਾਡੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਰਹੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਓਵਰਪਾਵਰ ਕਰ ਦਿਓ ਮੁੰਡਿਆਂ ਨੂੰ, ਕੁੜੀਆਂ ਨੂੰ ਮੈਂ ਇਹ ਵੀ ਮੈਸੇਜ ਨਹੀਂ ਦੇ ਰਹੀ, ਪਰ it has to be that this gender discrimination has to stop. Okay, so now we'll come to the profile and ਹਾਂਜੀ, fertility specialist. ਸਭ ਤੋਂ ਪਹਿਲਾਂ ਤਾਂ ਆਪਾਂ ਛੋਟੀ ਚੀਜ਼ ਤੋਂ, because I know you treat PCOD and PCOS, so ਉਹਦਾ ਇੱਕ ਬੜਾ ਹੋਇਆ ਹੈ that ਇਹ ਦੋਵੇਂ ਸੇਮ ਚੀਜ਼ਾਂ ਨੇ ਜਾਂ ਫਿਰ ਕੋਈ ਡਿਫਰੈਂਸ ਹੈ ਦੋਨਾਂ ਦੇ ਵਿੱਚ? PCOD is polycystic ovarian disease and PCOS is polycystic ovarian syndrome. ਤੇ ਇਹ ਚੀਜ਼ਾਂ ਇੰਟਰ ਰਿਲੇਟਡ ਹੈ। ਜਦੋਂ ਸਿੰਡਰੋਮ ਕਾਫੀ ਸਾਰੇ ਸਿੰਪਟਮਸ ਇਕੱਠੇ ਹੋ ਕੇ ਸਿੰਡਰੋਮ ਬਣਦਾ ਹੈ। ਉਹ ਸਿੰਪਟਮਸ ਕੀ ਹੈ? ਮੈਂਸਟਰਲ ਇਰੈਗੂਲੈਰਿਟੀ, ਐਕਨੇ, ਓਬੇਸਿਟੀ ਐਂਡ ਮਤਲਬ ਫਰਟੀਲਿਟੀ ਪੁਆਇੰਟ ਆਫ ਵਿਊ ਤੋਂ ਵੀ ਜਦੋਂ ਆਫਟਰ ਮੈਰਿਜ ਕਈ ਵਾਰੀ ਪ੍ਰੈਗਨੈਂਸੀ ਹੋਣ 'ਚ ਦਿੱਕਤ ਹੁੰਦੀ ਹੈ, ਹਿਰਸੂਟਿਜ਼ਮ, ਹੇਅਰ ਗਰੋਥ ਔਨ ਦ ਫੇਸ। ਇਹ ਸਿੰਪਟਮਸ ਜਦੋਂ ਸਾਰੇ ਇਕੱਠੇ ਹੋ ਜਾਣ ਤੇ ਫਿਰ ਉਹ ਡਿਜ਼ੀਜ਼ ਕਹਿੰਦੇ ਆ ਅਸੀਂ ਉਹਨੂੰ। ਪਰ ਜਿਹੜਾ ਇੱਕ ਮਿਥ ਹੈ PCOS ਨੂੰ ਲੈ ਕੇ ਜਾਂ PCOD ਨੂੰ ਲੈ ਕੇ, ਉਹ ਇਹ ਹੈ ਕਿ ਸਾਡੇ ਕੋਲ ਬਹੁਤ ਪੇਸ਼ੈਂਟਸ ਆਉਂਦੇ ਹੈ, ਮਦਰਸ ਲੈ ਕੇ ਆਉਂਦੀਆਂ ਬੇਟੀਆਂ ਨੂੰ। ਹੁਣ ਜੇ ਤੁਸੀਂ 17-18 ਸਾਲ ਦੀ ਬੇਟੀ ਦਾ ਅਲਟਰਾਸਾਊਂਡ ਆਪੇ ਕਰਾ ਲਓਗੇ, ਥੋੜੇ ਜਿਹੇ ਪੀਰੀਅਡਸ ਇਰੈਗੂਲਰ ਹੋਏ, ਉਹ ਤਾਂ ਐਟ ਦਿਸ ਏਜ ਇਰੈਗੂਲਰ ਹੁੰਦੇ ਹੀ ਹੈ। ਬਾਈ ਦਾ ਟਾਈਮ ਪੁਬਰਟੀ ਅਟੇਨ ਹੋਣ ਤੋਂ ਬਾਅਦ ਹਾਰਮੋਨਸ ਬੈਲੈਂਸਡ ਆਉਣ ਤੱਕ ਤੇ ਇਰੈਗੂਲਰ ਪੀਰੀਅਡਸ ਰਹਿੰਦੇ ਆ। ਪਰ ਹੁਣ ਗੂਗਲ ਨੇ ਇੰਨਾ ਸਟਾਰਮ ਕਰਤਾ ਹੈ ਸਭ ਨੂੰ, ਤੇ ਸਾਰੇ ਇੰਨਾ ਗੂਗਲ ਨੂੰ ਪੜ੍ਹ ਕੇ ਸਮਝ ਕੇ, ਮਤਲਬ ਬਿਨਾਂ ਸਮਝੇ ਜਾ ਕੇ ਆਈ ਵੁੱਡ ਸੇ ਕਿ ਆਪੇ ਸਕੈਨ ਕਰਾ ਕੇ ਆ ਜਾਂਦੇ ਆ। ਤੇ ਜਦੋਂ ਲੈ ਕੇ ਆਉਂਦੇ ਆ ਰਿਪੋਰਟ ਤਾਂ ਕਹਿੰਦੇ ਆ ਜੀ ਦੇਖੋ ਹਮਾਰੇ ਬੇਟੀ को तो PCOD है, PCOS है, ਉੱਥੇ ਕਿਉਂਕਿ ਲਿਖਿਆ ਹੁੰਦਾ ਅਲਟਰਾਸਾਊਂਡ ਦੀ ਰਿਪੋਰਟ ਤੇ। ਸੋ ਵੀ ਹੈਵ ਟੂ ਮੇਕ them ਅੰਡਰਸਟੈਂਡ ਕਿ ਜਿਹੜਾ ਬੱਚਾ ਹੈ, ਜਿਹੜੀ ਕੁੜੀ ਹੈ ਤੁਹਾਡੀ 17-18 ਸਾਲ ਦੀ, ਕੋਈ ਵੀ ਕੁੜੀ ਦਾ ਤੁਸੀਂ ਸਕੈਨ ਕਰਾ ਲਓ, ਉਹ PCOS ਹੀ ਆਏਗਾ, ਕਿਉਂਕਿ the cysts are still immature. ਹਲੇ ਉਹ ਦੌਰ ਚੱਲਿਆ, ਉਹਦਾ ਪੁਬਰਟੀ ਅਟੇਨ ਕੀਤੀ ਹੈ, ਹਲੇ ਉਹਨੇ ਰੀਪਰੋਡਕਟਿਵ ਏਜ ਗਰੁੱਪ 'ਚ ਆਉਣਾ ਹੈ, ਐਗ ਫਾਰਮੇਸ਼ਨਸ ਹੋਣੀਆਂ, ਹਰ ਮੰਥ ਐਗ ਰਪਚਰ ਹੋਣਗੇ, ਤੇ ਉਹ ਰਿਜ਼ਰਵ ਉਹਦਾ ਓਵਰੀਜ਼ ਜਿਹੜਾ ਐਗ ਦਾ ਰਿਜ਼ਰਵ ਹੈ ਉਹ ਖਤਮ ਹੋਏਗਾ। ਐਕਚੁਅਲੀ ਕੁੜੀਆਂ ਦਾ ਤੇ ਮੁੰਡਿਆਂ ਦਾ ਫਰਕ ਮੈਂ ਦੱਸਣਾ ਚਾਹਾਂਗੀ ਬਾਇਓਲੋਜੀਕਲੀ ਜਿਹੜਾ ਹੈ। ਕੁੜੀਆਂ 'ਚ ਜਿਹੜੀਆਂ ਓਵਰੀਜ਼ ਵਿੱਚ ਸਾਡੇ ਐਗਸ ਮਿਲਦੇ ਆ, ਮੈਂ ਤਾਂ ਪੇਸ਼ੈਂਟਸ ਨੂੰ ਵੀ ਇੱਦਾਂ ਹੀ ਸਮਝਾਉਂਦੀ ਹਾਂ ਕਿ ਤੁਸੀਂ ਇਹ ਸਮਝੋ ਤੁਹਾਡੇ ਦੋਨੇ ਓਵਰੀਜ਼ ਵਿੱਚ ਤੁਹਾਨੂੰ ਜੁਐਲਸ ਮਿਲੇ ਹੈ ਨਾ, ਤੁਹਾਡੇ ਜਨਮ ਤੇ ਹੀ ਤੁਹਾਨੂੰ ਰੱਬ ਨੇ ਜਿਵੇਂ ਇਕੱਠੇ ਦੇ ਦਿੱਤੇ ਵੀ ਦਿਸ ਇਜ਼ ਯੋਰ ਵੈਲਥ ਫॉर ਲਾਈਫ ਟਾਈਮ, ਤੇ ਉਹ ਟਿਲ ਮੈਨੋਪੌਜ਼ ਚੱਲਦਾ। ਅਨਲਾਈਕ ਮੈਨ, ਉਹਨਾਂ ਵਿੱਚ ਹਰ 3 ਮਹੀਨੇ ਬਾਅਦ ਸਪਰਮਸ ਬਣਦੇ, ਸੋ ਮੈਨੂਫੈਕਚਰ ਹੁੰਦੇ ਆ, ਉਹ ਸੈਲਸ ਡਿਵਾਈਡ ਹੋ ਕੇ ਨਵੇਂ ਸਪਰਮਸ ਹਰ 3 ਮਹੀਨੇ ਬਾਅਦ ਇੱਕ ਨਵਾਂ ਬੈਚ ਬਣਦਾ। ਸੋ ਇਨ ਵਿਮਨ अर्ਲੀ ਏਜ ਵਿੱਚ ਹਮੇਸ਼ਾ ਹੀ ਜ਼ਿਆਦਾ ਫੋਲੀਕਲਸ ਦਿਖਣਗੇ, ਤੇ ਕੋਈ ਵੀ ਪਾਣੀ ਦਾ ਛੋਟਾ ਜਿਹਾ ਵੀ ਗੋਲਾ ਦਿਖੇ ਉਹਨੂੰ ਅਸੀਂ ਸਿਸਟ ਕਹਿੰਦੇ ਹਾਂ। ਪੋਲੀ ਮੀਨਸ ਮੈਨੀ, ਸਿਸਟ ਮੀਨਸ ਛੋਟਾ ਜਿਹਾ ਪਾਣੀ ਦਾ ਗੋਲਾ, ਤੇ ਉਹ ਪੋਲੀਸਿਸਟਿਕ ਡਿਜ਼ੀਜ਼ ਦਾ ਨਾਮ ਲੈ ਕੇ ਹੁਣ ਕਦੀ ਬੁਰਾ ਵੀ ਲੱਗਦਾ ਵੀ ਪੇਸ਼ੈਂਟ ਜਦੋਂ ਡਾਕਟਰ ਕੋਲ ਪਹੁੰਚਦਾ ਹੈ, ਡਾਕਟਰ ਵੀ ਸੋਚਦਾ ਹੁਣ ਆਇਆ ਤੇ ਦਵਾਈ ਤਾਂ ਕੁਝ ਲਿਖ ਹੀ ਦਿਆ। ਸੋ ਇਹ ਅਵੇਅਰਨੈਸ ਬਹੁਤ ਜ਼ਰੂਰੀ ਹੈ ਕਿ ਐਟਲੀਸਟ 20 ਸਾਲ ਦੀ ਉਮਰ ਤੱਕ ਤਾਂ ਡੋਂਟ ਗੈਟ ਇਨਟੂ ਸਕੈਨਸ ਐਂਡ ਆਲ ਦਿਸ ਇਫ ਐਵਰੀਥਿੰਗ ਇਜ਼ ਨਾਰਮਲ। ਹਾਂ, ਜੇ ਸਿੰਪਟਮਸ ਆ ਰਹੇ ਹੈ, ਕਿਸੇ ਨੂੰ ਇਰੈਗੂਲਰ ਪੀਰੀਅਡਸ ਹੈ, ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ, ਜਾਂ हेयर ग्रोथ ऑन द चिन फेस हो रहा है, या एक्ने बहुत ज़्यादा हो रहा है, फिर डॉक्टर को जाओ, सिम्टोमैटिक ट्रीटमेंट लाओ, सिर्फ वो सिम्टम की ट्रीटमेंट लाओ until unless डिजीज कन्फर्म ना हो जाए, क्योंकि सिंड्रोम ਨੂੰ ਵੀ जस्ट ट्रीट सिम्टोमैटिकली, ਜਦੋਂ डिजीज बन जाता है फिर ਉਹਦੇ ਤੇ ਹਾਰਮੋਨਸ ਤੇ ਐਂਟੀ ਡਾਇਬੀਟੀਜ਼ ਡਰੱਗਸ ਸਾਨੂੰ ਕਈ ਵਾਰੀ ਦੇਣੇ ਪੈਂਦੇ ਆ ਪੇਸ਼ੈਂਟ ਜੀ। ਸੋ ਇਹ ਤਾਂ ਚਲੋ ਟੀਨੇਜ ਦੀ ਜਾਂ अर्ਲੀ ਏਜ ਦੀ ਗੱਲ ਹੋ ਗਈ। ਐਂਡ ਇਫ ਯੂ ਟਾਕ ਅਬਾਊਟ ਗਰਲਸ ਜਿਹੜੀ ਕਿ ਜਾਂ अर्ਲੀ 30s ਦੇ ਵਿੱਚ ਹੈ ਜਾਂ ਫਿਰ ਦੇ ਵਾਂਟ ਟੂ ਕਨਸੀਵ, ਸੋ ਉਹਨਾਂ ਬਿਕਾਜ਼ ਬੜਾ ਹੀ ਆਪਾਂ ਭਾਵੇਂ ਰੀਲਸ ਦੇਖ ਲਓ, ਜਿਵੇਂ ਤੁਸੀਂ ਕਿਹਾ ਵੀ ਗੂਗਲ ਤੇ ਸਾਰੇ ਡਾਕਟਰ ਬਣ ਕੇ ਰਿਸਰਚ ਕਰਦੇ ਨੇ, ਇਹ ਬੜਾ ਸੁਣਨ ਨੂੰ ਮਿਲਦਾ ਹੈ ਵੀ ਜੇ ਕਿਸੇ ਨੇ ਕਨਸੀਵ ਕਰਨਾ ਬਿਕਾਜ਼ ਆਫ ਸਿਸਟ ਦ ਪ੍ਰੋਬਲਮ ਇਜ਼ ਕਮਿੰਗ, ਹੈ ਨਾ। ਜਾਂ ਫਿਰ ਮੇਰੇ ਬਹੁਤ ਸਾਰੇ ਫਰੈਂਡਸ ਨੇ ਜੋ ਕਿ 30+ ਨੇ,
ਸੋ ਦੇ ਆਰ ਹੈਵਿੰਗ ਦ ਸੇਮ ਪ੍ਰੋਬਲਮ, ਜਾਂ ਤਾਂ ਉਹਨਾਂ ਨੂੰ ਇਰੈਗੂਲਰ ਪੀਰੀਅਡਸ ਹੈ ਜਾਂ ਫਿਰ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਪੇਨ ਹੁੰਦਾ ਹੈ ਵਾਈਲ ਦੇ ਪੀਰੀਅਡਸ। ਸੋ ਯੈਸ, ਜਦੋਂ ਤੁਸੀਂ 25 ਕ੍ਰਾਸ ਕਰ ਗਏ ਐਂਡ ਸਟਿਲ ਸਿੰਪਟਮਸ ਪਰਸਿਸਟ ਕਰ ਰਹੇ ਆ, ਉਹਦੇ ਰੀਜ਼ਨਸ ਹੈ। ਇੱਕ ਹੋ ਸਕਦਾ ਹੈ ਜੈਨੇਟਿਕ ਹੋਏ, ਜੀ ਇੱਕ ਹੈ ਲਾਈਫਸਟਾਈਲ। ਸੋ these are the two reasons ਜਿਹਦੇ ਨਾਲ polycystic ovaries ਦਾ ਸਿੰਪਟਮਸ ਚੱਲਦੇ ਆ। ਜੈਨੇਟਿਕ ਵਿੱਚ ਇਹ ਹੈ ਕਿ ਹਾਈਪਰ ਐਂਡਰੋਜਨਿਜ਼ਮ ਕਹਿੰਦੇ ਆ, ਟੈਸਟੋਸਟੇਰੋਨ ਜ਼ਿਆਦਾ ਬਣਦਾ ਹੈ ਫੀਮੇਲ ਬੋਡੀ 'ਚ, ਤੇ ਉਹਦੇ ਕਰਕੇ ਉਹ ਪੋਲੀਸਿਸਟਿਕ ਓਵਰੀਜ਼ ਹੋ ਜਾਂਦੀਆਂ ਤੇ ਉਹ ਮਤਲਬ ਮੈਚਿਓਰ ਨਹੀਂ ਹੁੰਦੇ ਐਗਸ, ਤੇ ਉਹਦੇ ਕਰਕੇ ਪ੍ਰੈਗਨੈਂਟ ਹੋਣ 'ਚ ਦਿੱਕਤ ਆਉਂਦੀ ਹੈ। ਉਹਦਾ ਟ੍ਰੀਟਮੈਂਟ ਅਲੱਗ ਤਰੀਕੇ ਦਾ। ਇੱਕ ਹੈ ਲਾਈਫਸਟਾਈਲ। ਸਾਡਾ ਹੁਣ 80% ਜਿਹੜੀਆਂ ਪੋਲੀਸਿਸਟਿਕ ਓਵਰੀਜ਼ ਹੈ ਦੇ ਆਰ ਲਾਈਫਸਟਾਈਲ ਇੰਡਿਊਸਡ। ਲਾਈਫਸਟਾਈਲ ਕਿਉਂ? ਕਿਉਂਕਿ ਸੈਡੈਂਟਰੀ ਲਾਈਫਸਟਾਈਲ ਹੋ ਗਿਆ, ਫਿਜ਼ੀਕਲ ਐਕਟੀਵਿਟੀ ਉਨੀ ਰਹੀ ਨਹੀਂ ਹੈ, ਸਟ੍ਰੈਸ ਬਹੁਤ ਜ਼ਿਆਦਾ ਹੈ, ਸਾਰਿਆਂ ਦਾ ਕੰਮ ਅੱਜ ਕੱਲ੍ਹ ਡਿਜੀਟਲ ਪਲੇਟਫਾਰਮ ਲੈਪਟਾਪ 'ਤੇ ਕੰਮ ਕਰਨਾ ਹੈ ਨਾ, ਤੇ ਉਹਦੇ ਕਰਕੇ ਵੀ ਤੁਹਾਡਾ ਮੈਟਾਬੋਲਿਜ਼ਮ ਚੇਂਜ ਹੋ ਗਿਆ, ਤੇ ਉਸ ਕਰਕੇ ਫਿਰ ਪੋਲੀਸਿਸਟਿਕ ਓਵਰੀਜ਼ ਜੇ ਹੋਣ, ਫਿਰ ਉਹਦਾ ਇਲਾਜ ਇਜ਼ ਜਸਟ ਲਾਈਫਸਟਾਈਲ ਮੋਡੀਫਿਕੇਸ਼ਨ। ਉਹਦੇ ਨਾਲ ਹੀ ਓਬੈਸਿਟੀ ਹੈ। ਫਿਰ ਜਿਹੜੇ ਆਪਣੇ ਕਾਰਬੋਹਾਈਡਰੇਟਸ ਅਸੀਂ ਜਿਹੜੇ ਲੈਂਦੇ ਹਾਂ, ਉਹ ਸਪੈਸ਼ਲੀ ਜੰਕ ਫੂਡ ਦਾ ਇਹਦੇ 'ਤੇ ਬਹੁਤ ਰੋਲ ਹੈ, ਬਿਕੋਜ਼ ਮੈਟਾਬੋਲਿਕਲੀ ਸਾਰਾ ਗਲਾਈਸੈਮਿਕ ਇੰਡੈਕਸ 'ਤੇ ਐਕਟ ਕਰਦਾ ਹੈ, ਤੇ ਇਹਦੇ 'ਚ ਸ਼ੂਗਰ ਲੈਵਲਸ ਵੀ ਵੱਧ ਜਾਂਦੇ ਹੈ ਪੀਸੀਓ ਪੇਸ਼ੈਂਟ ਵਿੱਚ। ਤੇ ਉਹਦੇ 'ਚ ਜੇ ਲਾਈਫਸਟਾਈਲ ਨੂੰ ਆਪਾਂ ਠੀਕ ਕਰ ਲਈਏ, exercise at least 1 hour for 5 days a week, sleep on time, eat healthy food, and stress थोड़ा ਘੱਟ ਰੱਖੋ, ਤੇ automatically symptoms reverse ਹੋ ਜਾਣ। ਓਕੇ, ਸੋ ਆਮ ਸ਼ੋਰ ਕੁਛ ਇੱਕ ਪੈਰੈਂਟਸ ਇੱਦਾਂ ਦੇ ਹੋ, ਜਾਂ ਪੈਰੈਂਟਸ ਜਾਂ ਫਿਰ ਕੁੜੀਆਂ ਕਿ ਨਹੀਂ ਵੀ ਨੀਡ ਮੈਡੀਸਿਨ ਫॉर दैट, ਸੋ ਆਮ ਸ਼ੋਰ ਇੱਦਾਂ ਦੇ ਦੇ ਸਟਿਕ ਟੂ दैट, ਸੋ ਇਹ ਜਿਹੇ ਕੁਛ ਆਉਂਦੇ ਨੇ, ਸੋ ਉਹਨਾਂ ਦੇ ਕੋਈ ਮੈਡੀਸਿਨ ਹੈ ਇਸ ਦੀ ਜਾਂ ਫਿਰ ਲਾਈਫਸਟਾਈਲ ਡਿਜ਼ੀਜ਼ ਲਈ? ਅਸੀਂ ਦੇਖੋ, ਵੀ ਹੈਵ ਟੂ ਫਸਟ ਆਈਡੈਂਟੀਫਾਈ ਪ੍ਰੋਬਲਮ ਕੀ ਹੈ। ਉਹਦੇ 'ਚ ਅਸੀਂ ਪਹਿਲੇ ਹਾਰਮੋਨ ਟੈਸਟ ਕਰਕੇ ਦੇਖਦੇ ਹਾਂ, ਹਾਰਮੋਨ ਪ੍ਰੋਫਾਈਲ ਪੂਰਾ। ਜੇ ਤਾਂ ਹਾਰਮੋਨ ਪ੍ਰੋਫਾਈਲ ਨੋਰਮਲ ਆ ਰਿਹਾ, ਫਿਰ ਬਹੁਤ ਜ਼ਿਆਦਾ ਮੈਡੀਕੇਸ਼ਨ ਦੀ ਲੋੜ ਨਹੀਂ ਹੈ, ਫਿਰ ਇਟ ਇਜ਼ ਜਸਟ ਲਾਈਫਸਟਾਈਲ ਚੇਂਜ। ਪਰ ਜੇ ਹਾਰਮੋਨ ਪ੍ਰੋਫਾਈਲ ਡੀਰੇਂਜਡ ਹੈ, ਫਿਰ ਉਹਨੂੰ ਕਰੈਕਟ ਕਰਨਾ ਪੈਂਦਾ, ਫਿਰ ਹਾਰਮੋਨਲ ਪਿਲਸ ਤੇ ਪਾਣਾ ਪੈਂਦਾ, ਪਲੱਸ ਲਾਈਫਸਟਾਈਲ, ਬੋਥ ਦ ਥਿੰਗਸ ਟੂਗੈਦਰ। ਐਂਡ ਜੇ ਹੈਅਰ ਗਰੋਥ ਹੈ, ਫਿਰ ਸਾਨੂੰ ਸਕਿਨ ਸਪੈਸ਼ਲਿਸਟ ਕੋਲ ਰੈਫਰ ਕਰਨਾ ਪੈਂਦਾ ਕਿ ਵੀ ਤੁਸੀਂ ਇਹਦਾ ਟ੍ਰੀਟਮੈਂਟ ਵੀ ਲਓ, ਲੇਜ਼ਰ ਰਾਹੀਂ हेयर रिमूवल कराओ, ਤੇ ਉਹਨੂੰ ਸਪਰੈਸ ਕਰਨ ਲਈ ਫਿਰ ਸਾਨੂੰ ਹਾਰਮੋਨਸ ਦੇਣੇ ਪੈਂਦੇ। ਓਕੇ, ਸੋ ਡਾਕਟਰ ਇਫ ਆਮ ਨਾਟ ਰੋਂਗ, ਕਿਉਂਕਿ ਇਹ ਨਾ ਅੱਜ ਕੱਲ੍ਹ ਹੀ ਮੈਂ ਸੁਣਿਆ ਪੀਸੀਓਡੀ ਪੀਸੀਓਐਸ, ਕਰੈਕਟ ਮੀ ਇਫ ਆਮ ਰੋਂਗ, ਕਿ ਅੱਜ ਕੱਲ੍ਹ ਇਹ ਚੀਜ਼ ਚੱਲ ਰਹੀ ਹੈ। ਪੁਰਾਣੇ ਮੈਨੂੰ ਆਈ ਰੀਅਲੀ ਡੋਂਟ ਥਿੰਕ ਸੋ ਵੀ ਮੈਂ ਮੰਮਾ ਹੁਣਾਂ ਦੇ ਮੂੰਹ ਤੋਂ ਕਦੇ ਇਹ ਗੱਲ ਸੁਣੀ ਅਸੀਂ ਆ। ਜਦੋਂ ਅਸੀਂ ਛੋਟੇ ਸੀ, ਅਸੀਂ ਵੀ ਨਹੀਂ ਸੀ ਸੁਣਿਆ ਪੀਸੀਓਡੀ। ਜੀ ਜੀ, ਸੋ ਆਈ ਥਿੰਕ ਸਟ੍ਰੈਸ, ਇਟਸ ਮੇਨਲੀ ਲਾਈਫਸਟਾਈਲ ਐਂਡ ਸਟ੍ਰੈਸ। ਮੈਂ Okay. ਕਿਹਾ ਨਾ 80% ਇਜ਼ ਲਾਈਫਸਟਾਈਲ ਐਂਡ ਸਟ੍ਰੈਸ, ਓਕੇ 20% ਕੁਡ ਬੀ ਵਿਚ ਕਮਸ ਫਰਮ ਫੈਮਿਲੀ। ਫੈਮਿਲੀ ਪੀਸੀਓਡੀ ਪੀਸੀਓਐਸ ਦੀ ਮੈਮ ਆਪਾਂ ਗੱਲ ਕਰ ਰਹੇ ਸੀਗੇ, ਸੋ ਬਹੁਤ ਜ਼ਿਆਦਾ ਆਈ ਥਿੰਕ 80-90% ਅੱਜ ਕੱਲ੍ਹ ਕੁੜੀਆਂ ਦੇ ਵਿੱਚ ਹੈ ਨਾ, ਸੋ ਉਹਦੇ ਬਾਰੇ ਆਪਾਂ ਡੀਟੇਲਿੰਗ ਦੇ ਵਿੱਚ ਜ਼ਰੂਰ ਗੱਲ ਕਰਾਂਗੇ, ਕਿਉਂਕਿ ਤੁਸੀਂ ਕਿਹਾ ਵੀ ਐਕਨੇ ਹੋ ਜਾਂਦੇ ਨੇ ਜਾਂ ਫਿਰ ਫੇਸ ਤੇ ਹੈਅਰ ਗਰੋਥ ਹੋਣਾ, ਸੋ ਉਸ ਚੀਜ਼ ਨੂੰ ਡੀਟੇਲਿੰਗ ਦੇ ਵਿੱਚ ਮੈਨੂੰ ਦੱਸੋ। ਬੇਸਿਕਲੀ ਜਿਵੇਂ ਮੈਂ ਪਹਿਲੇ ਦੱਸਿਆ ਵੀ ਸਿੰਪਟੋਮੈਟਿਕ ਟ੍ਰੀਟਮੈਂਟ ਹੀ ਹੁੰਦਾ ਇਹਦੇ 'ਚ, ਜੀ ਐਂਡ ਅਲਟੀਮੇਟਲੀ ਵੀ ਹੈਵ ਟੂ ਫਾਈਂਡ ਰੂਟ ਕਾਜ਼ ਲੱਭਣਾ ਹੈ ਨਾ, ਤੇ ਉਹ ਹਾਰਮੋਨਲ ਇੰਬੈਲੈਂਸ ਹੀ ਹੈ ਉਹਦਾ ਰੂਟ ਕਾਜ਼ ਜਿਹੜਾ ਹੈ। ਤੇ ਬੈਲੈਂਸ ਉਹਨੂੰ ਕ੍ਰੀਏਟ ਕਰਨ ਲਈ ਜਿਹੜਾ ਮੈਡੀਸਿਨਸ ਹੈ, ਐਂਟੀ ਡਾਇਬਟਿਕ ਮੈਡੀਸਿਨਸ ਲੈਣੀਆਂ ਪੈਂਦੀਆਂ। ਫਿਰ ਮਾਇਓਆਇਨੋਸਿਟੋਲ ਇੱਕ ਹੈ ਸਾਲਟ, ਜਿਹੜਾ ਰੈਗੂਲੇਟ ਕਰਦਾ ਓਕੇ ਹਾਰਮੋਨਸ ਨੂੰ, ਦੈਟ ਇਜ਼ ਨਾਨ ਹਾਰਮੋਨਲ, ਉਹਦੇ 'ਚ ਹਾਰਮੋਨਸ ਨਹੀਂ ਹੈ, ਤੇ ਉਹ ਥੋੜਾ ਸੇਫ ਹੈ, ਉਹ ਲੌਂਗ ਟਰਮ ਲਈ ਵੀ ਦੇ ਸਕਦੇ ਹਾਂ। ਤੇ ਸਭ ਤੋਂ ਇੰਪੋਰਟੈਂਟ ਚੀਜ਼ ਜੋ ਮੈਂ ਸਮਝੀ ਹੈ, ਡਾਇਟ ਦਾ ਬਹੁਤ ਵੱਡਾ ਰੋਲ ਹੈ ਇਹਦੇ 'ਚ। ਜਿਵੇਂ ਵੀਟ ਐਂਡ ਰਾਈਸ, ਦੇ ਹੈਵ ਅ ਵੈਰੀ ਹਾਈ ਗਲਾਈਸੈਮਿਕ ਇੰਡੈਕਸ, ਤੇ ਉਹ ਜੇ ਅਵੋਇਡ ਕਰਕੇ ਆਪਾਂ ਉਹਨੂੰ ਮਿਲਟਸ ਨਾਲ ਰਿਪਲੇਸ ਕਰ ਲਈਏ। ਅਸੀਂ ਪਿੱਛੇ ਕੁਝ ਸੈਸ਼ਨ ਵੀ ਕੀਤੇ ਪੇਸ਼ੈਂਟਸ ਲਈ। ਡਾਇਬਟੀਜ਼ ਰਿਵਰਸਲ ਆਲਰੇਡੀ ਪੀਜੀਆਈ 'ਚ ਇੱਕ ਸਟੱਡੀ ਚੱਲ ਰਹੀ ਹੈ, ਡਾਇਬਟੀਜ਼ ਦਾ ਰਿਵਰਸਲ ਹੋਣਾ ਸ਼ੁਰੂ ਹੋ ਗਿਆ ਵਿਦ ਬਾਈ ਇਨਕਲੂਡਿੰਗ ਮਿਲਟਸ ਇਨ ਯੋਰ ਡਾਇਟ। ਐਂਡ ਸਿਮਿਲਰਲੀ ਪੀਸੀਓਡੀ ਵਿੱਚ ਵੀ ਬਹੁਤ ਫਰਕ ਪੈ ਸਕਦਾ, ਜਿਵੇਂ ਰਾਗੀ ਹੋ ਗਿਆ, ਕੋਦੂ ਹੋ ਗਿਆ, ਕਿਨੂਆ, ਥੀਸ ਆਰ ਦ ਜਵਾਰ, ਇਹ ਵਾਲੇ ਜਿਹੜੇ ਮਿਲਟਸ ਹੈ, ਜੇ ਆਪਾਂ ਇਨਕੋਰਪੋਰੇਟ ਕਰ ਲਈਏ ਆਪਣੀ ਡਾਇਟ 'ਚ, ਤੇ ਬਹੁਤ ਜ਼ਿਆਦਾ ਫਰਕ ਪੈਂਦਾ, ਬਿਕੋਜ਼ ਦੈਟ ਗਿਵਸ ਬੈਟਰ ਸੈਟੀਟੀ, ਲੈਸ you feel less hungry, and your glycemic index is low, and it is very beneficial for PCOS patients. Plus sleep, ਜਿਹੜੀ ਨੀਂਦ ਹੈ ਉਹ ਬਹੁਤ ਜ਼ਰੂਰੀ ਹੈ, ਟਾਈਮ ਤੇ ਸੌਣਾ। ਸਰਕੈਡੀਅਨ ਰਿਦਮ ਜਦੋਂ ਡੈਮੇਜ ਹੁੰਦੀ ਹੈ, ਤੇ ਉਹਦੇ ਨਾਲ ਸਿੱਧਾ ਸਾਡਾ ਪਿਟਿਊਟਰੀ ਤੇ ਹਾਈਪੋਥੈਲਮਸ ਤੇ ਇਫੈਕਟ ਪੈਂਦਾ, ਉਹਦੇ ਨਾਲ ਹੀ ਹਾਰਮੋਨਲ ਇੰਬੈਲੈਂਸ ਸ਼ੁਰੂ।
ओके। वो भी बहुत ज़रूरी है। तो मैम हार्मोनल इंबैलेंस ਇਹ ਸਮਝ ਆ ਰਿਹਾ ਹੈ ਪੀਸੀਓਡੀ ਪੀਸੀਓਐਸ ਕਰਕੇ ਉਸ ਤੋਂ ਇਲਾਵਾ ਵੀ ਕੋਈ ਮੇਨ ਰੀਜ਼ਨ ਹੈ ਇਸ ਦਾ? हाँ जी, एक ਹਾਰਮੋਨਲ ਇੰਬੈਲੈਂਸ ਦਾ ਬਹੁਤ ਵੱਡਾ ਕਾਰਨ ਹੈ ਮਾਰਨਿੰਗ ਆਫਟਰ ਪਿਲ, ਜਿਹੜਾ ਅਸੀਂ ਕਹਿੰਦੇ ਆ ਨਾ ਐਮਰਜੈਂਸੀ ਕੰਟਰਸੈਪਸ਼ਨ ਜਿਹਨੂੰ ਕਹਿੰਦੇ ਆ। ਸੋ ਸੈਕਸ ਐਜੂਕੇਸ਼ਨ ਸਾਡੀ ਕੰਟਰੀ ਚ, ਇੰਡੀਆ ਚ ਬਹੁਤ ਪੂਅਰ ਹੈ। ਸਕੂਲ ਕਾਲਜਸ ਵਿੱਚ ਕੁਝ ਨਹੀਂ ਪੜ੍ਹਾਇਆ ਜਾਂਦਾ ਤੇ ਬੱਚੇ ਇਧਰੋਂ ਉਧਰੋਂ ਸਮਝ ਕੇ ਸੁਣ ਕੇ ਸਿੱਖਦੇ ਆ ਤੇ ਐਂਡ ਮਾਰਕੀਟਿੰਗ ਇਜ਼ ਡਨ ਵੈਰੀ ਬੈਡਲੀ। ਤੇ ਮਾਰਨਿੰਗ ਆਫਟਰ ਪਿਲ ਦਾ ਜਿਹੜਾ ਮਾਰਕੀਟਿੰਗ ਹੈ ਉਹ ਇੰਨੀ ਜ਼ਿਆਦਾ ਹੋਈ ਇੱਕ ਟਾਈਮ ਤੇ ਕਿ ਇਟ ਵਾਸ ਵੈਰੀ ਸਿੰਪਲ ਕਿ फार्मासिस्ट को जाओ, कहो कि मॉर्निंग आफ्टर पिल एमरजेंसी कॉन्ट्रासैप्शन दे दो, 2 गोलियां खा लियां, कुड़ियां ਨੂੰ ਲੱਗਦਾ ਅਸੀਂ ਸੇਫ ਹੋ ਗਏ। ਬਟ ਦੈਟ ਜਿਹੜਾ ਬੈਲੈਂਸ ਆਫ ਦ ਹਾਰਮੋਨਸ ਨੂੰ ਖਤਮ ਕਰ ਦਿੰਦਾ। ਫਿਰ ਦੂਸਰਾ ਹੈ ਐਮਟੀਪੀ ਪਿਲਸ, ਜਿਹੜੇ ਡਾਕਟਰ ਦੀ ਕੰਸਲਟੇਸ਼ਨ ਤੋਂ ਬਿਨਾ ਪੇਰੈਂਟਸ ਨੂੰ ਚਲੋ ਨਹੀਂ ਵੀ ਕੌਨਫੀਡੈਂਸ ਕੁੜੀਆਂ ਲੈ ਸਕਦੀਆਂ, ਕਿਸੇ ਨੂੰ ਤਾਂ ਕੌਨਫੀਡੈਂਸ ਲੈ ਕੇ ਡਾਕਟਰ ਕੋਲ ਜਾਓ ਜਦੋਂ ਪ੍ਰੈਗਨੈਂਸੀ ਅਨਵਾਂਟਡ ਪ੍ਰੈਗਨੈਂਸੀ ਹੋ ਜਾਏ। ਬਿਕੋਜ਼ ਜਿਹੜਾ ਐਮਟੀਪੀ ਪਿਲ ਹੈ ਦੈਟ ਇਜ਼ ਵੈਰੀ ਹਾਰਮਫੁਲ। ਉਹਦੇ ਹਾਰਮਫੁਲ ਜਿਹੜੇ ਇਫੈਕਟਸ ਹੈ, ਇੱਕ ਤਾਂ ਹਾਰਮੋਨਲ ਇੰਬੈਲੈਂਸ ਹੈ, ਦੂਸਰਾ ਇਹ ਹੈ ਕਿ ਕਈ ਵਾਰੀ ਉਹ ਇਨਕੰਪਲੀਟ ਅਬੋਰਸ਼ਨ ਰਹਿ ਜਾਂਦਾ ਤੇ ਪੂਰੀ ਤਰ੍ਹਾਂ ਐਕਸਪੈਲ ਨਹੀਂ ਹੁੰਦਾ ਫੀਟਸ, ਤਾਂ ਫਿਰ ਸਾਡੇ ਕੋਲ ਪੇਸ਼ੈਂਟਸ ਬਹੁਤ ਸਿਵੀਅਰ ਬਲੀਡਿੰਗ ਮਤਲਬ ਇਟ ਕੈਨ ਬੀ ਫੇਟਲ। ਇੰਨੇ ਜ਼ਿਆਦਾ ਸਿਵੀਅਰ ਬਲੀਡਿੰਗ ਕਈ ਵਾਰੀ ਪੇਸ਼ੈਂਟ ਆਉਂਦੇ ਆ, ਫਿਰ ਪਤਾ ਲੱਗਦਾ ਵੀ ਅਸਤਾ ਜੀ ਫਾਰਮਾਸਿਸਟ ਤੋਂ ਮੈਡੀਸਨ ਜਸਟ ਫਾਰਮੇਸੀ ਤੋਂ ਜਾ ਕੇ ਮੈਡੀਸਨ ਲੈ ਕੇ ਆਫਟਰ ਮਤਲਬ ਅਬੋਰਸ਼ਨ ਪਿਲਸ ਲਈਆਂ ਤੇ ਇਨਕੰਪਲੀਟ ਅਬੋਰਸ਼ਨ ਚ ਐਂਡ ਅਪ ਹੋਇਆ। ਸੋ ਬਿਨਾਂ ਡਾਕਟਰ ਨੂੰ ਕੰਸਲਟ ਕੀਤੇ ਕੋਈ ਦਵਾਈ ਨਾ ਲਓ। ਸੋ ਕੋਈ ਸਪੈਸੀਫਿਕ ਡਾਈਟ ਤੁਸੀਂ ਰეკਮੈਂਡ ਕਰਦੇ ਹੋ? ਲੋ ਕਾਰਬੋਹਾਈਡਰੇਟ, ਹਾਈ ਪ੍ਰੋਟੀਨ ਡਾਈਟ ਵਿਚ ਇਜ਼ ਇੰਪੋਰਟੈਂਟ, ਸ਼ੂਗਰੀ ਫੂਡ ਘੱਟ ਲੈਣਾ ਐਂਡ ਜਲਦੀ ਮੀਲਸ ਲੈਣੇ। ਲਾਸਟ ਮੀਲ ਸ਼ੁੱਡ ਬੀ ਐਟ 8 PM and sleep on time, wake up early. Okay. That is when your hormones are the best, functioning the best. ਕਿਉਂਕਿ ਸਟ੍ਰੈਸ ਨਾਲ ਤੇ ਸੈਡੈਂਟਰੀ ਲਾਈਫਸਟਾਈਲ ਨਾਲ ਕੀ ਹੈ, ਸਾਡੇ ਜਿਹੜੇ ਗਲੈਂਡਸ ਹੈ ਜੋ ਸਿਕਰੀਟ ਕਰਦੇ ਆ ਹਾਰਮੋਨਸ, ਉਹਨਾਂ ਤੇ ਸਿੱਧਾ ਅਸਰ ਪੈਂਦਾ। ਪਿਟਿਊਟਰੀ ਹੋ ਗਿਆ, ਹਾਈਪੋਥੈਲੈਮਸ ਹੋ ਗਿਆ, ਜੇ ਇਹਦਾ ਐਕਸੈਸ ਬਦਲ ਗਿਆ ਫਿਰ ਸਾਰੀ ਬੋਡੀ ਤੇ ਇਹਦਾ ਫਰਕ ਪੈਣਾ ਸ਼ੁਰੂ ਹੋ ਜਾਂਦਾ। ਓਕੇ, ਪਰ ਅੱਜ ਕੱਲ੍ਹ ਇਹ ਚੀਜ਼ ਵੀ ਹੈ ਕਿ ਮੋਸਟਲੀ ਕੁੜੀਆਂ ਦੇ ਵਿੱਚ ਕਰੀਅਰ ਬਣਾਉਣ ਦਾ ਪਹਿਲੀ ਚੀਜ਼ ਹੈ ਐਂਡ ਕੁਝ ਸਾਲ ਪਹਿਲਾਂ ਤੱਕ ਅਸੀਂ ਸੁਣਦੇ ਸੀ ਦੈਟ 28 29 ਸ਼ੁੱਡ ਬੀ ਦਾ ਏਜ ਯੂ ਸ਼ੁੱਡ ਗੈਟ ਮੈਰਿਡ, ਜਾਂ 30 ਤੋਂ ਪਹਿਲਾਂ ਯੂ ਸ਼ੁੱਡ ਕਨਸੀਵ। ਸੋ ਉਹ ਕਿਤੇ ਨਾ ਕਿਤੇ ਚੀਜ਼ ਹੁਣ ਘਟ ਗਈ ਹੈ ਬਿਕਾਜ਼ ਫੋਕਸ ਹੁੰਦਾ ਹੈ ਕਰੀਅਰ ਬਣਾਉਣ 'ਤੇ। ਸੋ ਉਸ 'ਤੇ ਆਈ ਡੋਂਟ ਨੋ ਇੰਡੀਆ ਦੇ ਵਿੱਚ ਇਹ ਗੱਲ ਕਿੰਨੀ ਕੀ ਓਪਨਲੀ ਕਰ ਸਕਦੇ ਆ ਐਗ ਫਰੀਜ਼ਿੰਗ। ਐਗ ਫਰੀਜ਼ਿੰਗ ਬਹੁਤ ਕਾਮਨ ਹੋ ਗਿਆ ਓਕੇ, ਬਿਕੋਜ਼ ਯੂ ਆਰ ਰਾਈਟ, ਕਰੀਅਰ ਓਰੀਐਂਟਡ ਹੋ ਹੈ ਕੁੜੀਆਂ, ਹੋਣਾ ਵੀ ਚਾਹੀਦਾ। ਮੈਂ ਇਹ ਨਹੀਂ ਕਹਿੰਦੀ ਕਿ ਨਹੀਂ ਹੋਣਾ ਚਾਹੀਦਾ, ਬਿਕੋਜ਼ ਹਲੇ ਵੀ ਸਾਡੀ ਸੁਸਾਇਟੀ ਥੋੜੀ ਜਿਹੀ ਹੈ ਕਿ ਵਿਆਹ ਤੋਂ ਬਾਅਦ ਕੁੜੀਆਂ ਨੂੰ ਕਹਿੰਦੇ ਇਹ ਕੰਮ ਨਹੀਂ ਕਰਨਾ, ਉਹ ਕੰਮ ਨਹੀਂ ਕਰਨਾ, ਸੋ ਦੈਟ ਇਜ਼ ਵਾਈ ਕੁੜੀਆਂ ਨੇ ਪੋਸਟਪੋਨ ਕਰਨਾ ਸ਼ੁਰੂ ਕਰਤਾ ਹੈ ਮੈਰਿਜ, ਕਿ ਪਹਿਲੇ ਅਸੀਂ ਕੁਝ ਬਣ ਜਾਈਏ ਐਂਡ ਇਟਸ ਵੈਰੀ ਗੁੱਡ। ਉਹ ਕਹਿੰਦੀਆਂ ਅਸੀਂ ਡਿਪੈਂਡੈਂਟ ਨਹੀਂ ਹੋਣਾ ਆਪਣੇ ਪਾਰਟਨਰ ਤੇ। ਜੀ। ਤੇ ਜੇ 30-35 ਤੋਂ ਬਾਅਦ ਮੈਰਿਜ ਹੁੰਦੀ ਹੈ, ਉਦੋਂ ਤੱਕ ਤੁਹਾਡਾ ਰਿਜ਼ਰਵ ਆਫ ਦ ਓਵਰੀਜ਼ ਘਟਣ ਲੱਗ ਜਾਂਦਾ ਤੇ ਏਜਿੰਗ ਤਾਂ ਨਹੀਂ ਰੋਕ ਸਕਦੇ ਨਾ ਅਸੀਂ। ਸੋ ਰਿਪਰੋਡਕਟਿਵ ਏਜ ਗਰੁੱਪ ਸਾਡੇ ਮਤਲਬ ਜੋ ਬੁੱਕਸ 'ਚ ਵੀ, ਟੈਕਸਟ ਬੁੱਕਸ 'ਚ ਵੀ ਜਿਹੜੀ ਲਿਖੀ ਹੋਈ ਹੈ ਤੇ ਜੋ ਸਾਡੇ ਪੁਰਾਣੇ ਜ਼ਮਾਨੇ 'ਚ ਵੀ ਸੀਗਾ, that was between 20 and 25 the best reproductive age। ਤੇ ਉਸ ਜ਼ਮਾਨੇ 'ਚ 18 ਸਾਲ 20 ਸਾਲ ਤੇ ਕੁੜੀਆਂ ਦਾ ਵਿਆਹ ਵੀ ਕਰ ਦਿੰਦੇ ਸੀ। ਤੇ ਹੁਣ ਜੇ ਡਿਲੇ ਕਰ ਰਹੇ ਹੋ ਤੇ ਬਿਕੋਜ਼ ਏਜਿੰਗ ਹੋ ਰਹੀ ਹੈ ਓਵਰੀਜ਼ ਦੀ, ਤੇ ਬਹੁਤ ਕੁੜੀਆਂ ਦੇ ਆਰ ਕਮਿੰਗ ਫਾਰਵਰਡ ਕਿ ਸਾਡੇ ਐਗ ਫਰੀਜ਼ ਕਰ ਦਿਓ। ਬਿਕੋਜ਼ ਜੇ 35 ਸਾਲ ਤੇ ਵਿਆਹ ਹੁੰਦਾ, 38 ਸਾਲ ਤੇ ਜਾਂ 37 ਸਾਲ ਤੇ ਪਲਾਨ ਕਰਦੇ ਹੋ ਕਿ ਸਾਨੂੰ ਬੇਬੀ ਚਾਹੀਦਾ, ਤਦ ਤੱਕ ਯੋਰ ਓਵਰੀਜ਼ ਆਰ ਰਿਜ਼ਰਵ ਇਜ਼ ਡਿਮਿਨਿਸ਼ਡ, then you have to take donor eggs। ਉਹ ਬਹੁਤ ਮੁਸ਼ਕਿਲ ਡਿਸੀਜਨ ਹੈ। ਇਹ ਨਹੀਂ ਕਿ ਹੁੰਦੇ ਨਹੀਂ ਕੇਸਿਸ, ਪਰ ਸਾਇੰਸ ਨੇ ਇੰਨੀ ਐਡਵਾਂਸਮੈਂਟ ਕਰ ਲਈ ਹੈ ਕਿ ਜੇ ਐਗ ਫਰੀਜ਼ ਹੋ ਸਕਦੇ ਆ ਤੇ ਵਾਈ ਨਾਟ ਗੋ ਫॉर ਇਟ। ਐਂਡ ਤੁਸੀਂ ਆਪਣੇ ਐਗਸ ਫਰੀਜ਼ ਕਰਾ ਲਓ ਐਂਡ ਦੈਨ ਵੈਨੇਵਰ ਯੂ ਪਲਾਨ ਯੋਰ ਫੈਮਿਲੀ, ਦੋਜ਼ ਐਗਸ ਕੈਨ ਬੀ ਯੂਜ਼ਡ। ਓਕੇ, ਇਹ ਤਾਂ ਬਹੁਤ ਕਾਮਨ ਹੋ ਗਿਆ ਹੁਣ। ਓਕੇ। ਆਲਸੋ ਮੇਨੋਪੌਜ਼, ਆਈ ਡੋਂਟ ਨੋ ਤੁਹਾਡੇ ਕੋਲ ਇਹੋ ਜਿਹੇ ਕੇਸਿਸ ਆਏ ਕਿ ਨਹੀਂ। ਆਈ ਹਰਡ ਪਤਾ ਨਹੀਂ ਕੋਈ ਨਿਊਜ਼ ਮੈਂ ਪੜ੍ਹੀ ਸੀ, ਕਿਤੇ ਸੁਣਿਆ ਸੀ, ਦ ਗਰਲ ਵਾਸ 35 years and Yes. she got her menopause। Yes, ਇਹ yes। ਕਿੱਥੇ ਤੱਕ? Premature ovarian insufficiency ਅਸੀਂ ਇਹਨੂੰ ਕਹਿੰਦੇ ਆ, ਸਪੈਸ਼ਲੀ ਯੰਗ ਏਜ ਗਰੁੱਪ ਜਦੋਂ ਹੋਏ। ਤੇ ਅਗੇਨ ਲਾਈਫਸਟਾਈਲ ਨੂੰ ਕਹਿ ਲਓ, ਐਂਡ ਆਈ ਵਿਲ ਨਾਟ ਬਲੇਮ ਓਨਲੀ ਲਾਈਫਸਟਾਈਲ ਹੀਅਰ, ਬਿਕੋਜ਼ ਸਾਡੀ ਡਾਇਟ ਜੋ ਅਸੀਂ ਖਾ ਰਹੇ ਆ ਪਿਓਰ ਨਹੀਂ ਖਾ ਰਹੇ।
ਜਿਹੜਾ ਅਸੀਂ ਦੁੱਧ ਪੀ ਰਹੇ ਹਾਂ ਉਹ ਆਕਸੀਟੋਸਿਨ ਇੰਜੈਕਸ਼ਨ ਲਗਾ ਕੇ ਗਾਵਾਂ ਮੱਝਾਂ ਨੂੰ ਦੁੱਧ ਬਣਾਇਆ ਜਾਂਦਾ, ਕੱਢਿਆ ਜਾਂਦਾ, ਤੇ ਉਹੀ ਹਾਰਮੋਨ ਸਾਡੇ ਅੰਦਰ ਜਾ ਰਹੇ ਤੇ ਉਹ ਸਾਡੇ ਹਾਰਮੋਨਸ ਤੇ ਇਫੈਕਟ ਕਰਦੇ ਆ ਬਹੁਤ ਜ਼ਿਆਦਾ। ਤੇ ਅਸੀਂ ਦੋ ਐਕਸਟ੍ਰੀਮਸ ਦੇਖ ਰਹੇ ਹਾਂ ਕਲੀਨਿਕਲ ਪ੍ਰੈਕਟਿਸ ਵਿੱਚ। ਨਾਰਮਲ ਓਵਰੀਜ਼ ਜਾਂ ਨਾਰਮਲ ਰੇਂਜ ਜਿਹੜਾ AMH ਐਂਟੀ ਮਲੇਰੀਅਨ ਹਾਰਮੋਨ ਅਸੀਂ ਟੈਸਟ ਕਰਦੇ ਆ, ਇੱਕ ਉਹ ਨਾਰਮਲ ਰੇਂਜ ਵਿੱਚ ਸਾਨੂੰ ਘੱਟ ਮਿਲਦਾ, ਜਾਂ ਲੋ ਮਿਲੇਗਾ ਜਾਂ ਹਾਈ ਮਿਲੇਗਾ, ਜਾਂ PCOS ਪੇਸ਼ੈਂਟਸ ਆ ਰਹੇ ਹੈ ਜਾਂ ਵੈਰੀ ਲੋ ਰਿਜ਼ਰਵ ਵਾਲੇ ਆ ਰਹੇ। ਸੋ ਦੈਟ ਬੈਲੈਂਸ ਵੀ ਆਰ ਲੂਜ਼ਿੰਗ। ਦੈਟ ਬੈਲੈਂਸ ਵਾਪਸ ਉਦੋਂ ਹੀ ਆਏਗਾ ਜਦੋਂ ਸਾਡਾ ਇਕੋਸਿਸਟਮ ਵੀ ਥੋੜਾ ਚੇਂਜ ਹੋਏਗਾ। एनवायरमेंट इन्ना प्लास्टिक है, माइक्रो प्लास्टिक्स इन द बॉडी, तुसी पढ़िया ही होना बड़ी बार है ना, देखा होना। सो माइक्रो प्लास्टिक्स का भी बहुत बड़ा रोल है। वी शुड abandon all plastic, single use plastic from our life। ਇਹ ਜਿਹੜੀ ਵੀ ਪ੍ਰੋਬਲਮਸ ਆ ਏਜ ਮੈਨੋਪੌਜ਼ ਐਂਡ ਐਵਰੀਥਿੰਗ ਕੀ ਸਰੋਗੇਸੀ ਆਪਸ਼ਨ ਹੈ? ਆਈ ਮੀਨ ਅੱਜ ਕੱਲ੍ਹ ਤੁਹਾਡੇ ਕੋਲ ਕੇਸਿਸ ਆਉਂਦੇ ਨੇ, ਆਈ ਵੁੱਡ ਲਾਈਕ ਟੂ ਨੋ ਕੁਝ ਐਕਸਪੀਰੀਐਂਸਿਸ ਜਾਂ ਕੁਝ ਸਟੋਰੀਜ਼। Yes, surrogacy, I would like to say that Tri-City ਵਿੱਚ ਤੇ even ਪੰਜਾਬ ਚ ਜਨਨੀ ਨੇ ਹੀ ਪਹਿਲੇ ਸਰੋਗੇਸੀ ਸਟਾਰਟ ਕੀਤੀ। ਸਾਡਾ ਫਰਸਟ ਸਰੋਗੇਸੀ ਬੇਬੀਜ਼ ਜਿਹੜੇ ਹੋਏ ਸੀ that was in 2010। ਹਲੇ ਉਦੋਂ ਇਸ ਪਾਸੇ ਸਰੋਗੇਸੀ ਇੰਨੀ ਜ਼ਿਆਦਾ ਨਹੀਂ ਸੀ, ਬਟ ਅਕੋਰਡਿੰਗ ਟੂ ਦ ਲੀਗਲ ਫਰੇਮਵਰਕ ਉਦੋਂ ਗਾਈਡਲਾਈਨਸ ਸੀਗੀਆਂ, ਤੇ ਅਕੋਰਡਿੰਗ ਟੂ ਗਾਈਡਲਾਈਨਸ ਅਸੀਂ ਹਮੇਸ਼ਾ ਕਿਤ ਕਰਦੇ ਆਏ ਹਾਂ ਕੇਸਿਸ ਸਰੋਗੇਸੀ ਦੇ। ਨਾਓ ਦੇਰ ਇਜ਼ ਅ ਲਾਅ, ਬਟ ਵਨ ਥਿੰਗ ਸਮਝਣੀ ਬਹੁਤ ਜ਼ਰੂਰੀ ਹੈ ਕਿ ਸਰੋਗੇਸੀ ਸਭ ਲਈ ਨਹੀਂ ਹੈ। ਕੋਈ ਵੀ ਆ ਕੇ ਨਹੀਂ ਕਹਿ ਸਕਦਾ ਕਿ ਮੈਂ ਸਰੋਗੇਸੀ ਕਰਾਣੀ ਹੈ। ਉਹ ਟਾਈਮ ਗਿਆ ਸੈਲੀਬ੍ਰਿਟੀ ਕਲਚਰ ਜਿਹੜਾ ਸੀ। ਸੋ ਓਨਲੀ ਜੇ ਮੈਡੀਕਲ ਇੰਡੀਕੇਸ਼ਨ ਹੈ, ਲਾਈਕ ਅ ਲੇਡੀ ਸ਼ੀ ਕੈਨ ਨਾਟ ਕੈਰੀ ਅ ਪ੍ਰੈਗਨੈਂਸੀ, ਕਿਸੇ ਵੀ ਮੈਡੀਕਲ ਰੀਜ਼ਨ ਕਰਕੇ ਜੋ ਪ੍ਰੈਗਨੈਂਟ ਨਹੀਂ ਹੋ ਸਕਦੀ, ਜੀ ਸਿਰਫ ਉਸ ਪੇਸ਼ੈਂਟ ਲਈ ਸਰੋਗੇਸੀ ਹੈ। ਜਾਂ ਉਹਨਾਂ ਦੇ ਫੇਲਡ IVFs ਹੈ, 3 ਸਾਈਕਲ ਫੇਲ ਹੋ ਗਏ, ਜਾਂ ਮੈਡੀਕਲ ਕੋਈ ਉਹਨਾਂ ਨੂੰ ਕਾਰਡੀਓਮਾਇਓਪੈਥੀ ਹੈ, ਹਾਰਟ ਦੀ ਪ੍ਰੋਬਲਮ ਹੈ, ਡਾਇਬੀਟੀਜ਼ ਹੈ ਸਿਵੀਅਰ, ਜਾਂ ਰੀਨਲ ਡਿਜ਼ੀਜ਼ ਹੈ, ਡਾਇਲਿਸਿਸ ਤੇ ਹੈ, ਇਹ ਵਾਲੇ ਕੇਸਿਸ ਹੁਣ ਸਰੋਗੇਸੀ ਸਿਰਫ। ਪਹਿਲੇ ਵੀ ਇਹੀ ਸੀਗਾ, ਪਰ ਹੁਣ ਜਦੋਂ ਦਾ ਲਾਅ ਆਇਆ ਹੈ ਤੇ ਪੀਪਲ ਹੈਵ ਬਿਕਮ ਮੋਰ ਅਵੇਅਰ, ਤੇ ਸਾਡੇ ਕੋਲ ਕੇਸਿਸ ਆਉਂਦੇ ਆ। ਐਂਡ ਜਿਹੜਾ ਲਾਅ 2021 ਦਸੰਬਰ ਚ ਬਿੱਲ ਪਾਸ ਹੋਇਆ ਸੀ, 2022 ਤੋਂ ਜਨਵਰੀ ਤੋਂ ਲਾਅ ਦੇ ਅੰਡਰ ਕਾਫੀ स्ट्रिक्ट हो गया है। बैन नहीं है सरोगेसी, बट इट इज़ वेरी स्ट्रिक्ट नाउ। एंड एल्ट्रुइस्टिक हो गई है सरोगेसी, मतलब यू कैन नॉट पे टू द सरोगेट, विदाउट पेमेंट शी हैज़ टू डू इट। एंड लीगल फ्रेमवर्क ਦੇ ਅੰਡਰ ਹੈ, ਉਹਨੂੰ ਪੈਰੈਂਟਲ ਕਸਟਡੀ ਪਹਿਲੇ ਹੀ ਬਿਫੋਰ ਗੈਟਿੰਗ ਪ੍ਰੈਗਨੈਂਟ ਛੱਡਣੀ ਪਏਗੀ। ਐਂਡ ਉਹਦਾ ਇੰਸ਼ੋਰੈਂਸ ਬਹੁਤ ਜ਼ਰੂਰੀ ਕਰਤਾ ਹੈ, ਲਾਈਫ ਐਂਡ ਹੈਲਥ ਬੋਥ। ਮਤਲਬ ਜਿਹੜੇ ਕਪਲ ਹੈ ਉਹਨਾਂ ਨੂੰ ਇੰਸ਼ੋਰੈਂਸ ਵੀ ਕਰਾਉਣੀ ਪੈਂਦੀ ਹੈ ਸਰੋਗੇਟ ਦੀ। ਐਂਡ ਵਨਸ ਆਲ ਦ ਪਰਮਿਸ਼ਨਸ ਫਰੋਮ ਦ ਗਵਰਨਮੈਂਟ ਅਥਾਰਟੀ। ਸੋ ਪਹਿਲੇ ਜਦੋਂ ਪੇਸ਼ੈਂਟ ਆਉਂਦਾ ਹੈ ਉਹ ਸਿੱਧਾ ਸਾਡੇ ਕੋਲ ਆ ਕੇ ਟ੍ਰੀਟਮੈਂਟ ਨਹੀਂ ਸ਼ੁਰੂ ਕਰ ਸਕਦਾ, ਉਹ ਪਹਿਲੇ ਐਪਲੀਕੇਸ਼ਨ ਦੇਗਾ, ਫਿਰ ਉਹ ਗਵਰਨਮੈਂਟ ਅਥਾਰਟੀ ਕੋਲ ਜਾਏਗੀ, ਗਵਰਨਮੈਂਟ ਅਥਾਰਟੀ ਉਹਨੂੰ ਸਕਰੀਨ ਕਰੇਗੀ ਵੈਦਰ ਦੈਟ ਪੇਸ਼ੈਂਟ ਇਜ਼ ਐਲੀਜੀਬਲ। ਫਿਰ ਜਦੋਂ ਉਹ ਲੈਟਰ ਦੇਣਗੇ ਯੈਸ ਯੂ ਆਰ ਐਲੀਜੀਬਲ, ਫਿਰ ਬਾਕੀ ਦੇ ਸਟੈਪਸ ਚੱਲ ਕੇ ਫਿਰ ਸਰੋਗੇਟ ਦੀ ਐਲੀਜੀਬਿਲਿਟੀ, ਫਿਰ ਉਸ ਤੋਂ ਬਾਅਦ ਪੈਰੈਂਟੇਜ ਕਸਟਡੀ, ਇੰਸ਼ੋਰੈਂਸ, ਜੁਡੀਸ਼ੀਅਲ ਮੈਜਿਸਟ੍ਰੇਟ ਅੱਗੇ ਪੇਸ਼ ਹੋਣਾ ਪੈਂਦਾ ਹੈ ਸਾਰੇ ਓਥ ਲੈਣ ਵਾਸਤੇ ਕਿ ਅਸੀਂ ਇਹ ਸਾਰੀ ਰਿਸਪੌਂਸਿਬਿਲਿਟੀਜ਼ ਲੈਣ ਨੂੰ ਤਿਆਰ ਹਾਂ, ਫਿਰ ਜਾ ਕੇ ਅਸੀਂ ਸਰੋਗੇਟ। ਓਕੇ, ਸੋ ਇਹ ਜਿਹੜੀ ਵੀ ਚੀਜ਼ਾਂ ਆਪਾਂ ਡਿਸਕਸ ਕਰ ਰਹੇ ਹਾਂ, ਤੁਹਾਡੇ ਕੋਲ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਕੇਸਿਸ ਕਿਸ ਚੀਜ਼ ਦੇ ਆਉਂਦੇ ਨੇ? ਸਾਡੇ ਕੋਲ ਮੋਸਟਲੀ ਤਾਂ ਸਾਰੇ IVF ਹੈ। IVF ਮਾਈ ਨੈਕਸਟ ਕੁਐਸਚਨ IVF ਇੱਕ ਬਿਕੋਜ਼ ਸਾਡਾ ਟਰਸ਼ਰੀ ਕਲੀਨਿਕ ਹੈ। ਓਕੇ, ਮਤਲਬ ਜਿਹੜੇ ਕਿਧਰੋਂ ਸਾਰਾ ਟ੍ਰੀਟਮੈਂਟ ਲੈ ਚੁੱਕੇ ਹੈ ਤੇ ਜਿੱਥੇ ਫੇਲ ਹੋ ਗਏ, ਫਿਰ ਉਹ ਪਤਾ ਹੈ ਕਿ ਇੱਥੇ ਸਿਰਫ IVF ਹੁੰਦਾ, ਤੇ ਉਹ ਸਾਡੇ ਕੋਲ IVF, ICSI, ਐਗ ਡੋਨੇਸ਼ਨ, ਸਪਰਮ ਡੋਨੇਸ਼ਨ ਐਂਡ ਸਰੋਗੇਸੀ, ਅਸੀਂ ਇਹ ਸਾਰੀਆਂ ਸਰਵਿਸਿਜ਼ ਵਿੱਚ। ਓਕੇ, ਸੋ IVF ਇਜ਼ ਆਲਸੋ ਇਨ ਟ੍ਰੈਂਡ, ਜਿਵੇਂ ਬੋਲਾਂ ਮਤਲਬ IVF ਤਾਂ ਬਹੁਤ ਪੁਰਾਣਾ ਹੈ, ਬਟ ਅੱਜ ਕੱਲ੍ਹ ਜਿੰਨੀ ਵੀ ਵੀਡੀਓਜ਼ ਦੇਖੋ, ਸੋ ਉਹ ਆਈ ਵਾਂਟ ਕਿ ਤੁਸੀਂ ਇੱਕ ਵਾਰ ਉਹਦੀ ਦੱਸੋ ਵੀ ਵਾਟ ਐਗਜ਼ੈਕਟਲੀ IVF ਇਜ਼। IVF ਇਜ਼ ਇਨ ਵਿਟਰੋ ਫਰਟੀਲਾਈਜ਼ੇਸ਼ਨ। ਇਨ ਵਿਟਰੋ ਫਰਟੀਲਾਈਜ਼ੇਸ਼ਨ ਦਾ ਐਕਚੁਅਲ ਸਾਇੰਟੀਫਿਕ ਤੋਂ ਅਸੀਂ ਜੇ ਸਿੰਪਲ ਲੈਂਗੁਏਜ ਵਿੱਚ ਉਹਨੂੰ ਟਰਾਂਸਲੇਟ ਕਰੀਏ ਤੇ ਵਿਟਰੋ ਇਜ਼ ਗਲਾਸ, ਸੋ ਇਨ ਵਿਟਰੋ ਮਤਲਬ ਗਲਾਸ ਡਿਸ਼ ਵਿੱਚ ਫਰਟੀਲਾਈਜ਼ ਹੋਣਾ। ਸੋ ਬੇਸਿਕਲੀ ਜੋ ਸੈਲਸ ਹੈ, ਐਗ ਸੈਲਸ ਐਂਡ ਸਪਰਮ ਸੈਲਸ, ਉਹਨਾਂ ਨੂੰ ਅਸੀਂ ਬੋਡੀ ਤੋਂ ਬਾਹਰ ਕੱਢ ਕੇ ਫਿਰ ਉਹਨਾਂ ਨੂੰ ਲੈਬ 'ਚ ਫਰਟੀਲਾਈਜ਼ ਕਰਦੇ ਹਾਂ।
ਫਿਰ ਉਹ ਲੈਬ ਸਾਡੇ ਕੋਲ 3 ਤੋਂ ਲੈ ਕੇ 5 ਦਿਨ ਇਨਕਿਊਬੇਟਰ 'ਚ ਸੈਲਸ ਰਹਿੰਦੇ ਆ, ਉਹ ਗਰੋ ਕਰਦੇ ਆ, ਐਮਬ੍ਰੀਓ ਫਾਰਮ ਹੁੰਦਾ ਹੈ। ਮਤਲਬ ਐਮਬ੍ਰੀਓ ਫਾਰਮੇਸ਼ਨ ਮੀਨਸ ਲਾਈਫ ਹੈਜ਼ ਬਿਗਨ। So that's where we see कि हाँ under the microscope that जिंदगी दी शुरुआत होगी, and those embryos then are transferred into the female the uterus ਵਿੱਚ ਜੋ viable embryo ਹੁੰਦੇ ਆ, ਇੱਕ ਜਾਂ ਦੋ embryo ਅਸੀਂ transfer ਕਰਦੇ ਹਾਂ, ਜਿਹੜੇ spare ਬਚ ਜਾਂਦੇ ਉਹ ਅਸੀਂ freeze ਕਰਦੇ ਪ੍ਰੈਗਨੈਂਸੀ ਤੋਂ ਪਹਿਲਾਂ ਬਾਅਦ ਦੇ ਵਿੱਚ ਪੋਸਟਮਾਰਟਮ ਵੀ ਬਹੁਤ ਗੱਲਾਂ ਹੋਣ ਲੱਗ ਗਏ ਇਸ ਚੀਜ਼ ਨੂੰ ਲੈ ਕੇ ਵੀ। ਵਾਟ ਇਜ਼ ਦਿਸ ਥਿੰਗ ਕਿ ਕਾਉਂਸਲਿੰਗ ਦੇਣੀ ਬੜੀ ਜ਼ਰੂਰੀ ਹੈ ਇੱਕ ਕੁੜੀ ਨੂੰ। ਦਿਸ ਥਿੰਗ ਵਾਜ਼ ਬਹੁਤ ਜ਼ਿਆਦਾ ਨਹੀਂ ਹੁੰਦੀ ਸੀ ਪਹਿਲਾਂ, ਬਟ ਹੁਣ ਅੱਜ ਕੱਲ੍ਹ ਮੈਂਟਲ ਹੈਲਥ ਦਾ ਕਨਸੈਪਟ ਆ ਨਹੀਂ, ਗਿਆ। ਇੱਥੇ ਗਲਤ ਹੈ ਕਿ ਕਾਉਂਸਲਿੰਗ ਨਹੀਂ ਸੀ ਹੁੰਦੀ, ਪਹਿਲੇ ਕਾਉਂਸਲਿੰਗ ਹੁੰਦੀ ਸੀ ਜੁਆਇੰਟ ਫੈਮਲੀਜ਼ ਵਿੱਚ। ਉਹ ਰਿਸਪੌਂਸਿਬਿਲਿਟੀ ਪਹਿਲੇ ਜਠਾਣੀਆਂ ਦੀ ਤੇ ਨਨਾਣਾ ਦੀ ਰਿਸਪੌਂਸਿਬਿਲਿਟੀ ਹੁੰਦੀ ਸੀ, ਹੈ ਨਾ। ਉਹ ਡਿਫਰੈਂਟ ਤਰ੍ਹਾਂ ਦੀ ਕਾਉਂਸਲਿੰਗ ਸੀ, ਆਫ ਕੋਰਸ ਮੈਡੀਕਲ ਨਹੀਂ ਸੀ, ਬਟ ਬਹੁਤ ਸਟਰੋਂਗ ਸਪੋਰਟ ਸਿਸਟਮ ਸੀਗਾ ਉਸ ਟਾਈਮ ਤੇ, ਬਿਕੋਜ਼ ਐਵਰੀਬਡੀ ਫੈਮਿਲੀ 'ਚ ਬੱਚੇ ਨੂੰ ਵੈਲਕਮ ਕਰਨ ਲਈ ਤਿਆਰ ਬੈਠੇ ਹੈ ਨਾ, ਤੇ ਪਾਲਦੇ ਵੀ ਬੱਚੇ ਪਲ ਵੀ ਜਾਂਦੇ ਸੀ। ਪਰ ਹੁਣ ਬਿਕੋਜ਼ ਨਿਊਕਲੀਅਰ ਫੈਮਲੀਜ਼ ਹੈ ਐਂਡ ਸਾਇੰਟੀਫਿਕਲੀ ਯੈਸ, ਮੈਡੀਕਲ ਐਂਡ ਸਾਇੰਟਿਫਿਕ ਨੌਲੇਜ ਬਹੁਤ ਜ਼ਰੂਰੀ ਹੈ ਹਰ ਲੇਡੀ ਲਈ, ਆਪਣੀ ਬੋਡੀ ਨੂੰ ਸਮਝਣਾ। ਤੇ ਇੱਥੇ ਕਾਉਂਸਲਿੰਗ ਮੈਂ ਜੋ ਕਹਿੰਦੀ ਹਾਂ, ਇਟ ਇਜ਼ ਨਾਟ ਜਸਟ ਫॉर द ਵੂਮਨ, ਇਟ ਹੈਜ਼ ਟੂ ਬੀ ਕਪਲ ਕਾਉਂਸਲਿੰਗ। ਫਾਦਰ ਨੂੰ ਵੀ ਓਨੀ ਹੀ ਆਪਣੀ ਰਿਸਪੌਂਸਿਬਿਲਿਟੀ ਦੀ ਸਮਝ ਹੋਣੀ ਚਾਹੀਦੀ ਹੈ। ਅਸੀਂ ਪੇਸ਼ੈਂਟ ਜਦੋਂ ਸਾਡੇ ਕੋਲ ਟ੍ਰੀਟਮੈਂਟ ਲਈ ਆਉਂਦੇ ਆ, ਕਈ ਵਾਰੀ ਲੇਡੀ ਇਕੱਲੀ ਆਉਂਦੀ ਹੈ, ਕਹਿੰਦੀ ਹੈ ਮੈਨੂੰ ਇਹ ਪ੍ਰੋਬਲਮ ਹੈ, ਮੈਂ ਟ੍ਰੀਟਮੈਂਟ ਕਰਾਉਣਾ ਚਾਹੁੰਦੀ ਹਾਂ। ਮੇਰਾ ਪਹਿਲਾ ਸਵਾਲ ਹੁੰਦਾ ਤੁਹਾਡੇ ਹਸਬੈਂਡ ਕਿੱਥੇ ਆ? ਉਹ ਨਾਲ ਨਹੀਂ ਆਏ? ਕਹਿੰਦੇ ਨਹੀਂ ਉਹ ਬਿਜ਼ੀ ਸੀਗੇ, ਉਹ ਆਫਿਸ ਤੋਂ ਆਏ ਨਹੀਂ। ਮੈਂ ਕਿਹਾ ਜਦ ਤੱਕ ਤੁਹਾਡੇ ਹਸਬੈਂਡ ਨਾਲ ਨਹੀਂ ਆਣਗੇ ਮੈਂ ਤੁਹਾਨੂੰ ਹਾਲੇ ਕੋਈ ਆਪਸ਼ਨ ਨਹੀਂ ਦੇਵਾਂਗੀ, ਬਿਕੋਜ਼ ਤੁਹਾਨੂੰ ਦੋਨਾਂ ਨੂੰ ਇਟਸ ਅ ਕਪਲ ਪ੍ਰੋਬਲਮ। ਤੁਹਾਨੂੰ ਦੋਨਾਂ ਨੂੰ ਸਮਝਣਾ ਹੈ, ਦੋਨਾਂ ਨੂੰ ਵੈਲਕਮ ਬੇਬੀ ਕਰਨ ਲਈ ਰੈਡੀ ਕਰਨਾ ਹੈ ਸਾਈਕੋਲੋਜੀਕਲੀ, ਓਨਲੀ ਦੈਨ ਦੇਰ ਇਜ਼ ਅ ਪੁਆਇੰਟ ਆਫ ਟੇਕਿੰਗ ਦ ਟ੍ਰੀਟਮੈਂਟ ਫॉरवर्ड। ਸੋ ਕਪਲ ਦੀ ਕਾਉਂਸਲਿੰਗ ਬਹੁਤ ਜ਼ਰੂਰੀ ਹੈ। ਅਕੇਲੀ ਲੇਡੀ ਨੂੰ ਕਾਉਂਸਲ ਕਰਕੇ ਕੋਈ ਫਾਇਦਾ ਨਹੀਂ ਹੈ। ਆਫ ਕੋਰਸ ਇਟ ਇਜ਼ ਹਰ ਬੋਡੀ, ਸ਼ੀ ਹੈਜ਼ ਟੂ ਕੈਰੀ ਦੈਟ 9 months, ਉਹਦੇ ਹਾਰਮੋਨਲ ਚੇਂਜਸ, ਉਹਨੂੰ ਸਮਝਾਉਣਾ ਵੀ ਕੀ ਉਹ ਫੇਸ ਕਰੇਗੀ ਡਿਊਰਿੰਗ ਪ੍ਰੈਗਨੈਂਸੀ, 3rd month ਤੱਕ ਕੀ ਇਸ਼ੂਜ਼ ਆਉਣਗੇ, 3rd to 6th month ਕੀ ਇਸ਼ੂਜ਼ ਆਉਣਗੇ, ਫਿਰ ਉਸ ਤੋਂ ਬਾਅਦ ਪ੍ਰੋਬਲਮਸ ਜਿਹੜੀਆਂ ਵੀ ਹੈ। ਮਤਲਬ ਅਸੀਂ ਇੱਕ ਸਟੈਪ ਹੁਣ ਇਨਫੈਕਟ ਕਲਾਸਿਸ ਹੁਣ ਤਾਂ ਲੱਗਣ ਲੱਗ ਗਈਆਂ, ਮੈਟਰਨਲ ਐਂਡ ਪੈਟਰਨਲ ਕਲਾਸਿਸ। ਸੋ ਪੈਟਰਨਲ ਵਾਲੇ ਇੰਡੀਆ 'ਚ ਉਨਾ ਪਪੂਲਰ ਨਹੀਂ ਹੋਇਆ, ਬਟ ਯੈਸ ਵੀ ਵਾਂਟ ਟੂ ਮੇਕ ਇਟ ਪਪੂਲਰ ਕਿ ਫਾਦਰ ਨੂੰ ਪਤਾ ਹੋਏ ਨੈਪੀ ਕਿੱਦਾਂ ਚੇਂਜ ਕਰਨਾ ਹੈ ਤੇ ਉਹਨੂੰ ਰੈਪ ਕਿੱਦਾਂ ਕਰਨਾ ਹੈ, ਰਾਤੀ ਉੱਠ ਕੇ ਕਿਵੇਂ ਉਹਨੂੰ ਬੱਚੇ ਨੂੰ ਦੁੱਧ ਪਿਲਾਉਣਾ ਹੈ, ਕਿਵੇਂ ਸੰਭਾਲਣਾ ਹੈ ਨਾ, ਦੈਟ ਇਜ਼ ਵੈਰੀ ਇੰਪੋਰਟੈਂਟ। ਓਕੇ, ਸੋ ਮੇਨ ਕਾਜ਼ਸ ਜਿਹੜੇ ਆਪਾਂ ਗੱਲ ਕਰ ਰਹੇ ਹਾਂ, ਸੋ ਲਾਈਕ PCOD ਐਂਡ ਐਵਰੀਥਿੰਗ, ਲਾਈਫਸਟਾਈਲ, ਇਨਫਰਟੀਲਿਟੀ ਦੇ ਕਾਜ਼ਸ ਇਹੀ ਹੈ ਜਾਂ ਕੁਝ ਹੋਰ ਵੀ ਯੂ ਵੁਡ ਲਾਈਕ ਟੂ ਐਡ? ਇਨਫਰਟੀਲਿਟੀ ਦੇ ਮੇਨ ਕਾਜ਼ਸ ਹੈ ਇੱਕ ਤਾਂ IVF ਲਈ ਸਪੈਸ਼ਲੀ ਅਸੀਂ ਜੋ ਕਲੀਅਰ ਕੱਟ ਜਿੱਥੇ IVF ਹੋਣਾ ਹੈ, ਦੈਟ ਇਜ਼ ਟਿਊਬਲ ਬਲੋਕੇਜ। ਜੇ ਦੋਨੇ ਟਿਊਬਸ ਬਲੌਕਡ ਹੈ ਤੇ ਹੋਰ ਕੋਈ ਇਲਾਜ ਨਹੀਂ ਕੰਮ ਆਉਂਦਾ, ਸਿਰਫ IVF ਕਰਨਾ ਪੈਂਦਾ। ਲੋ ਸਪਰਮ ਕਾਊਂਟ ਜੇ ਹੈ ਤਾਂ ਵੀ ਇਹੀ ਇਲਾਜ ਹੈ, ਇੰਟਰਾਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ। IVF ਤੋਂ ਇੱਕ ਸਟੈਪ ਅੱਗੇ ਹੈ, ਉਹਦੇ 'ਚ ਇੱਕ ਸਪਰਮ ਫੜ ਕੇ ਅਸੀਂ ਇੱਕ ਐਗ ਦੇ ਵਿੱਚ ਅੰਡਰ ਦ ਮਾਈਕਰੋਸਕੋਪ 400 ਟਾਈਮਸ ਮੈਗਨੀਫਾਈਡ ਹੁੰਦਾ ਹੈ ਉਹ ਮਾਈਕਰੋ ਮੈਨੀਪੂਲੇਟਰ। ਅੰਡਰ ਦ ਮਾਈਕਰੋਸਕੋਪ ਸਪਰਮ ਨੂੰ ਫੜ ਕੇ ਐਗ ਦੇ ਵਿੱਚ ਅਸੀਂ ਵੈਰੀ ਜੈਂਟਲੀ ਇੰਜੈਕਟ ਕਰਦੇ ਹਾਂ, ਦੈਟ ਇਜ਼ ਫੋਰਸਡ ਫਰਟੀਲਾਈਜੇਸ਼ਨ ਉਹਨੂੰ ਕਹਿੰਦੇ। ਤੇ ਫਿਰ PCOD ਆਫ ਕੋਰਸ, ਦੈਨ ਟੂਬਰਕਲੋਸਿਸ, ਪੈਲਵਿਕ ਇਨਫੈਕਸ਼ਨਸ, ਉਹਨਾਂ ਨੂੰ ਟਰੀਟ ਕਰਕੇ ਕਈ ਵਾਰੀ ਸਾਨੂੰ ਉਹਨਾਂ ਲਈ IVF ਹੀ ਕਰਨਾ ਪੈਂਦਾ। ਫਿਰ ਫੇਲਡ ਟ੍ਰੀਟਮੈਂਟ IUI ਜੇ ਫੇਲਡ ਹੋਏ, ਜਾਂ ਕੋਈ ਪੇਸ਼ੈਂਟ ਆਫਟਰ ਮੈਰਿਜ 5 ਸਾਲ 7 ਸਾਲ ਕੰਸੀਵ ਨਹੀਂ ਕਰ ਰਿਹਾ, ਫਿਰ ਉਹਨੂੰ ਇਨਫਰਟੀਲਿਟੀ ਦੇ ਟ੍ਰੀਟਮੈਂਟ ਵੱਲ ਲਿਜਾਣਾ ਪੈਂਦਾ। ਵੈਸੇ ਡੈਫੀਨੇਸ਼ਨ ਦੇ ਅਕੋਰਡਿੰਗ ਅਸੀਂ ਕਹਿੰਦੇ ਹਾਂ ਕਿ 1 ਸਾਲ ਆਫਟਰ ਮੈਰਿਜ ਫਿਜ਼ੀਕਲ ਇੰਟਰਕੋਰਸ ਦੇ ਬਾਵਜੂਦ ਜੇ ਪ੍ਰੈਗਨੈਂਸੀ ਨਹੀਂ ਹੁੰਦੀ ਹੈ, ਫਿਰ ਯੂ ਹੈਵ ਟੂ ਟੇਕ ਟ੍ਰੀਟਮੈਂਟ। ਬਟ 1 ਤੋਂ 2 ਸਾਲ ਅਸੀਂ ਹੁਣ ਕਹਿਣ ਲੱਗ ਗਏ, ਬਿਕੋਜ਼ ਬਹੁਤ ਲੋਕੀ ਵਿਆਹ ਤੋਂ ਬਾਅਦ ਸਾਲ ਭਰ ਤਾਂ ਪਲਾਨ ਹੀ ਨਹੀਂ ਕਰਦੇ, ਦੇ ਟੇਕ ਕੰਟਰਸੈਪਸ਼ਨ ਕਿ ਅਸੀਂ ਬੇਬੀ ਪਲਾਨ ਹੀ ਨਹੀਂ ਕਰਦੇ। ਤੇ ਕਈ ਵਾਰੀ ਸਾਡੇ ਕੋਲ ਇਟਸ ਵੈਰੀ ਸਟ੍ਰੇਂਜ, ਪੇਸ਼ੈਂਟ ਆਉਂਦੇ, ਅਸੀਂ ਹਿਸਟਰੀ ਲੈਂਦੇ ਹਾਂ, ਅਸੀਂ ਕਹਿੰਦੇ ਕਿੰਨੇ ਸਾਲ ਹੋ ਗਏ ਵਿਆਹ ਨੂੰ? ਕਹਿਣਗੇ 3 ਸਾਲ ਹੋ ਗਏ। ਉਹ ਅੱਛਾ 3 ਸਾਲ ਹੋ ਗਏ। ਕਈ ਸੈਂਟਰਸ ਵਿੱਚ ਇਹ ਸਵਾਲ ਨਹੀਂ ਪੁੱਛਦੇ ਤੇ ਟ੍ਰੀਟਮੈਂਟ ਲਈ ਪਲਾਨ ਕਰਨਾ ਸ਼ੁਰੂ ਕਰਦੇ ਆ। ਪਰ ਅਸੀਂ ਉਹਨਾਂ ਨੂੰ ਇਹ ਪੁੱਛਦੇ ਹਾਂ ਕਿ ਤੁਸੀਂ 3 ਸਾਲਾਂ 'ਚ ਕਦੋਂ ਤੋਂ ਟਰਾਈ ਕਰ ਰਹੇ ਹੋ? ਇਹ ਤਾਂ ਨਹੀਂ ਕਿ ਤੁਸੀਂ ਟਰਾਈ ਨਹੀਂ ਸੀ ਕਰ ਰਹੇ। ਫਿਰ ਕਹਿੰਗੇ ਨਹੀਂ ਅਸੀਂ ਤਾਂ 3 ਮਹੀਨੇ ਤੋਂ ਹੀ ਟਰਾਈ ਕਰਨਾ ਸ਼ੁਰੂ ਕੀਤਾ। Then we say okay, you take 6 months, take 1 year,
ਐਂਡ ਜੇ ਤੁਹਾਡਾ 6 ਮਹੀਨੇ ਜਾਂ 1 ਸਾਲ 'ਚ ਪ੍ਰੈਗਨੈਂਸੀ ਨਹੀਂ ਹੋਏਗੀ ਦੈਨ ਕਮ ਬੈਕ ਬਿਕੋਜ਼ ਯੂ ਹੈਵ ਟੂ ਗਿਵ ਅ ਨੈਚੁਰਲ ਚਾਂਸ। ਬਿਲਕੁਲ। ਸੋ ਅੱਜ ਤੱਕ ਆਈ ਥਿੰਕ ਤੁਸੀਂ ਮੈਨੂੰ ਕਰੈਕਟ ਕਰਿਓ, ਕਿੰਨੇ ਹੀ ਪੇਸ਼ੈਂਟਸ ਆਈ ਥਿੰਕ 3000 ਤੋਂ ਕਿਤੇ ਜ਼ਿਆਦਾ ਤੁਸੀਂ ਲੋਕਾਂ ਨੂੰ ਟ੍ਰੀਟ ਕਰ ਚੁੱਕੇ ਹੋ? ਯੈਸ, ਮੈਂ ਕਾਊਂਟ ਨਹੀਂ ਰੱਖਿਆ ਬਟ ਯੈਸ ਇਸ ਤੋਂ ਜ਼ਿਆਦਾ ਤਾਂ ਹੈ, ਮਤਲਬ Okay. 25 ਸਾਲ ਤਾਂ ਹੋ ਗਏ ਇਸ ਫੀਲਡ 'ਚ। Okay. Okay. So Janni, the name is very beautiful, and I think ਇਹ journey ਤੁਹਾਡੀ ਵੈਸੇ ਹੀ ਬੜੀ ਜਨਨੀ ਖੂਬਸੂਰਤ ਮੀਨਸ ਮਦਰ ਇਨ Mother. ਸੰਸਕ੍ਰਿਤ। ਬਿਲਕੁਲ ਮਦਰ। ਸੋ ਐਕਚੁਅਲ ਦੇ ਵਿੱਚ ਨਾ ਬਹੁਤ ਜ਼ਿਆਦਾ ਅਟਰੈਕਟਿਵ ਹੈ, ਜਿਨ੍ਹਾਂ ਨੇ ਵੀ ਦਿੱਤਾ ਹੈ ਵੈਰੀ ਕ੍ਰੀਏਟਿਵ। ਸੋ ਥੈਂਕ ਯੂ ਸੋ ਮਚ ਮੈਮ। ਐਨੀਥਿੰਗ ਯੂ ਵੁਡ ਲਾਈਕ ਟੂ ਐਡ ਔਨ? Just I would say that for in your journey to parenthood, just stay calm. Anxiety ਤੇ immediate results ਨਾ expect ਕਰੋ, ਉਹਦੇ ਨਾਲ ਸਗੋਂ results delay ਹੁੰਦੇ ਆ। ਜਦੋਂ anxious ਹੋ ਕੇ ਤੇ ਜਿਵੇਂ ਕਹਿੰਦੇ ਨਾ ਰਿਮੋਟ ਕੰਟਰੋਲ ਹੱਥ 'ਚ ਲੈ ਕੇ ਬੈਠੇ ਆ ਵੀ ਹੁਣ ਅਸੀਂ 2 ਮਹੀਨੇ ਤੋਂ ਟਰਾਈ ਕਰ ਰਹੇ ਹਾਂ ਤੇ ਇਸੇ 2 ਮਹੀਨੇ 'ਚ ਜਾਂ 1 ਮਹੀਨੇ 'ਚ ਪ੍ਰੈਗਨੈਂਸੀ ਹੋ ਜਾਣੀ ਚਾਹੀਦੀ ਹੈ, ਇਸ ਤਰ੍ਹਾਂ You need that patience. you need time and ਥੈਂਕ ਯੂ ਸੋ ਮਚ। ਇਟ ਵਾਸ ਰੀਅਲੀ ਲਵਲੀ ਟਾਕਿੰਗ ਟੂ ਯੂ, ਐਂਡ ਆਈ ਐਮ ਸ਼ੋਰ ਬਹੁਤ ਸਾਰੇ ਲੋਕਾਂ ਦੇ ਸਵਾਲ ਜਿਹੜੇ ਨੇ ਉਹਨਾਂ ਨੂੰ ਜਵਾਬ ਮਿਲੇ ਹੋਣੇ ਨੇ। ਐਂਡ ਬਾਕੀ ਆਈ ਐਮ ਸ਼ੋਰ ਤੁਹਾਡਾ ਸੋਸ਼ਲ ਮੀਡੀਆ ਵੀ ਜਿੱਥੇ ਲੋਕ ਤੁਹਾਨੂੰ ਕਨੈਕਟ ਕਰ ਸਕਦੇ ਨੇ। ਹਾਂਜੀ, ਇੰਸਟਾਗ੍ਰਾਮ, ਫੇਸਬੁੱਕ ਐਂਡ YouTube ਜਨਨੀ ਫਰਟੀਲਿਟੀ ਦੇ ਨਾਮ ਤੇ ਹੈ। ਸੋ ਥੈਂਕ ਯੂ ਸੋ ਮਚ, ਤੁਸੀਂ ਅੱਜ ਸ਼ੋਅ ਦੇ ਵਿੱਚ ਆਏ। ਇਟ ਵਾਸ ਲਵਲੀ ਟਾਕਿੰਗ ਟੂ ਯੂ, ਐਂਡ ਇਵੇਂ ਹੀ ਤੁਸੀਂ ਲੋਕਾਂ ਦੀ ਪੈਰੈਂਟਹੁੱਡ ਜਰਨੀ ਨੂੰ ਹੋਰ ਲਾਈਕ ਸੀਰੀਅਸਲੀ ਤੁਸੀਂ ਉਹਨਾਂ ਨੂੰ ਬਲੈਸਿੰਗ ਹੀ ਦਿੰਦੇ ਹੋ। ਐਂਡ ਥੈਂਕ ਯੂ ਸੋ ਮਚ। ਥੈਂਕ ਯੂ। ਥੈਂਕ ਯੂ। ਸੋ ਇਹ ਸੀ ਸਾਡੇ ਨਾਲ ਨਿਰਮਲ ਭਸੀਨ ਮੈਮ, ਜਿਨ੍ਹਾਂ ਨਾਲ ਬਹੁਤ ਸੋਹਣੀ ਗੱਲਬਾਤ ਹੋਈ। ਜੇ ਤੁਹਾਡੀ ਕੋਈ ਕੁਆਇਰੀਜ਼ ਹੈ ਸੋ ਵੀ ਵਿਲ ਡੈਫੀਨੇਟਲੀ ਮੈਂਸ਼ਨ ਦੈਟ ਸੋਸ਼ਲ ਮੀਡੀਆ ਪਲੇਟਫਾਰਮ, ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਥੈਂਕ ਯੂ ਸੋ ਮਚ ਫॉर ਵਾਚਿੰਗ ਅਸ। ਸਤਿ ਸ਼੍ਰੀ ਅਕਾਲ।